ਸੋ ਤੁਹਾਡੀ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ? ਵੀ ਤੇਰਾ ਯਾਰ ਇੱਦਾਂ ਜਾਂ ਮੈਂ ਐਂ ਕਰ ਸਕਦਾ ਜਾਂ ਮੈਂ ਉਹ ਕਰ ਸਕਦਾ। ਅਰਾਊਂਡ ਦਾ ਈਗੋ ਜਿਹੜੇ ਗਾਣੇ ਨੇ ਉਹਨਾਂ ਦੀ ਪੋਪੂਲੈਰਿਟੀ ਜ਼ਿਆਦਾ ਹੋਣ ਕਰਕੇ ਉਹ ਮੈਨੂੰ ਲੱਗਦਾ ਨਹੀਂ ਕਿ ਸਮਾਜ ਨੂੰ ਕੁਛ ਚੰਗਾ ਸਰਵ ਕਰਦੇ ਨੇ। ਉਹ ਇੱਕ ਤੁਹਾਡਾ ਨਾ ਨੈਗੇਟਿਵ ਜਿਹਾ ਐਟੀਟਿਊਡ ਬਣਾ ਦਿੰਦੇ ਨੇ। ਤਾਂ ਉਹ ਗਾਉਂਦਿਆਂ ਨੁਸਰਤ ਸਾਹਿਬ ਦੇ ਮੂੰਹ 'ਚੋਂ ਖੂਨ ਆ ਗਿਆ ਸੀਗਾ। ਤਾਂ ਫਿਰ ਆਡੀਅנס ਸਾਰੀ ਰੋਣ ਲੱਗ ਗਈ ਸੀ ਕਿ ਅਸੀਂ ਇਹ ਕੀ ਕਰਤਾ। ਤੁਸੀਂ ਤੇ ਮੈਂ ਡਿਬੇਟ ਦੇ ਵਿੱਚ ਬੈਠੇ ਹਾਂ ਨਾ, ਤਾਂ ਡਿਬੇਟ ਦੇ ਦੌਰਾਨ ਜੇ ਮੈਂ ਹਥਿਆਰ ਕੱਢਾਂਗਾ ਨਾ ਤਾਂ ਤੁਹਾਡੀ ਨਹੀਂ ਮੇਰੀ ਤੋਹੀਨ ਹੋਊਗੀ। ਤੇ ਅੱਜ ਕਹਿਣ ਨੂੰ ਤਾਂ ਅਸੀਂ ਡੈਮੋਕ੍ਰੇਸੀ ਦੇ ਵਿੱਚ ਬੈਠੇ ਹਾਂ, ਪਰ ਆਰਟਿਸਟ ਖੁੱਲ੍ਹ ਕੇ ਬੋਲ ਨਹੀਂ ਸਕਦਾ। ਇਹ ਇਸ ਵੇਲੇ ਦੇ ਸਮਾਜ ਦੀ ਬੜੀ ਕੌੜੀ ਸੱਚਾਈ ਹੈ। ਗੌਰਮੈਂਟ ਦਾ ਵੀ ਇੱਕ ਡਰ ਤਾਂ ਹੈ, ਲੋਕਾਂ ਦਾ ਵੀ ਬਹੁਤ ਡਰ ਬਣਿਆ ਹੋਇਆ ਇਸ ਵੇਲੇ ਕਿ ਤੁਸੀਂ ਜੇ ਆਪਣਾ ਥਾਟ ਖੁੱਲ੍ਹ ਕੇ ਰੱਖਦੇ ਹੋ ਤਾਂ ਤੁਹਾਡੀ ਓਪੋਜੀਸ਼ਨ ਬਹੁਤ ਵੱਡੇ ਲੈਵਲ 'ਤੇ ਤੁਹਾਨੂੰ ਸਾਹਮਣਾ ਕਰਨਾ ਪੈ ਜਾਂਦਾ। ਜਿੱਥੇ ਸਾਡੇ ਭਰਾਵਾਂ ਨੂੰ ਲੋੜ ਪੈਂਦੀ ਹੈ, ਜਿਵੇਂ ਹੁਣ ਸ਼ੁਭ ਨੂੰ ਇਸ ਵੇਲੇ ਲੋੜ ਹੈ, ਤਾਂ ਆਪਾਂ ਸਾਰੇ ਸ਼ੁਭ ਦਾ ਸਾਥ ਦੇਈਏ, ਨਾਲ ਖਲੋਈਏ, ਕਿਉਂਕਿ ਛੋਟੀ ਜਿਹੀ ਇੰਡਸਟਰੀ ਹੈ। ਆਪਾਂ ਇਹ ਤੋਂ ਬਾਹਰ ਕਿੱਥੇ ਭੱਜ ਲਵਾਂਗੇ ਜੇ ਅਸੀਂ ਨਹੀਂ ਖਲੋਵਾਂਗੇ। ਤਾਂ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜਦੋਂ ਐਕਸਟ੍ਰੀਮਿਸਟ ਕਹਿ ਕੇ ਸਾਡੇ ਬੱਚਿਆਂ ਨਾਲ ਧੱਕਾ ਕੀਤਾ ਜਾਂਦਾ, ਚਾਹੇ ਉਹ ਸ਼ੁਭ ਹੋਵੇ ਪੰਜਾਬ ਦੇ ਆਰਟਿਸਟਾਂ ਨਾਲ, ਤੇ ਇਹ ਇਸ ਵੇਲੇ ਕਿਉਂ ਜੋੜੀ ਜਾ ਰਹੀ ਉਹਦਾ ਰੀਜ਼ਨ ਪਤਾ ਕੀ ਹੈ? ਕਿਉਂਕਿ ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਵੀਰ ਸਿੰਘ ਔਰ ਮੈਂ ਬੈਠਾ ਹੋਇਆ ਸਰਦਾਰ ਸਟੇਕ ਇੰਟਰਵਿਊ ਦੇ ਵਿੱਚ। ਬਹੁਤ ਚੰਗਾ ਲੱਗਿਆ ਵੀਰ ਨਾਲ ਗੱਲਬਾਤ ਕਰਕੇ। ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਸਰਦਾਰ ਸਟੇਕ। ਮੋਹਾਲੀ ਏਅਰਪੋਰਟ ਤੋਂ ਮਹਿਜ਼ 22 ਕਿਲੋਮੀਟਰ ਦੂਰ NK ਸਟੂਡੀਓਜ਼ ਵਿੱਚ ਬਹੁਤ ਸਾਰੇ ਗੀਤਾਂ ਦੀ, ਫਿਲਮਾਂ ਦੀ ਤੇ TV ਸੀਰੀਅਲਸ ਦੀ ਸ਼ੂਟਿੰਗ ਹੋ ਚੁੱਕੀ ਹੈ। ਉਂਝ ਤਾਂ ਇੱਥੇ ਬਹੁਤ ਸਾਰੀਆਂ ਲੋਕੇਸ਼ਨਸ ਪਹਿਲਾਂ ਹੀ ਬਣੀਆਂ ਹੋਈਆਂ ਨੇ, ਪਰ ਮੈਨੂੰ ਇਹਨਾਂ ਦੀ ਸਭ ਤੋਂ ਵਧੀਆ ਗੱਲ ਇਹ ਲੱਗੀ ਵੀ ਕਲਾਇੰਟ ਦੀ ਜਿਵੇਂ ਦੀ ਰਿਕੁਆਇਰਮੈਂਟ ਹੋਵੇ, ਬੜੇ ਹੀ ਘੱਟ ਟਾਈਮ ਦੇ ਵਿੱਚ ਇਹ ਤਿਆਰ ਵੀ ਕਰ ਦਿੰਦੇ ਨੇ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਹਨਾਂ ਨੇ ਸਾਡੇ ਲਈ ਕੀਤਾ। ਸਰਦਾਰ ਸਟੇਕ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਤੁਹਾਡੀ ਮੈਰਿਜ ਦੀਆਂ। ਥੈਂਕ ਯੂ ਜੀ। ਥੈਂਕ ਯੂ। ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਦੇਖਣ ਨੂੰ ਮਿਲੀਆਂ ਜੀ। ਸੋ ਸਾਡੇ ਉੱਧਰ ਕਿਹਾ ਜਾਂਦਾ ਹੈ ਕਿ ਜਦੋਂ ਵਿਆਹ ਵਾਲਾ ਮੁੰਡਾ ਬਹੁਤ ਜੱਚ ਰਿਹਾ ਹੋਏ ਤੇ ਕਹਿੰਦੇ ਕਿ ਬੜਾ ਨੂਰ ਚੜਿਆ ਸੀ ਉਹਨੂੰ ਜੀ। ਸੋ ਤੁਹਾਡੀਆਂ ਉਹ ਤਸਵੀਰਾਂ 'ਚੋਂ ਉਹ ਨੂਰ ਝਲਕ ਰਿਹਾ ਸੀ। ਥੈਂਕ ਯੂ ਜੀ। ਸੋ ਤੁਸੀਂ ਹਰ ਤਰੀਕੇ ਦੇ ਅਹਿਸਾਸ ਨੂੰ ਸ਼ਬਦ ਦਿੱਤੇ ਨੇ ਜੀ। ਸੋ ਮੈਂ ਜਾਣਨਾ ਚਾਹਾਂਗਾ ਕਿ ਉਸ ਦਿਨ ਤੁਸੀਂ ਕਿਵੇਂ ਦਾ ਮਹਿਸੂਸ ਕਰ ਰਹੇ ਸੀ? ਆਪਣੇ ਵਾਸਤੇ ਤਾਂ ਇੱਕੋ ਕਮਿਟਮੈਂਟ ਸੀਗੀ। ਦੂਸਰੀ ਚੀਜ਼ ਜਿਹੜੀ ਮੈਂ ਮਹਿਸੂਸ ਕੀਤੀ ਕਿ ਕੁੜੀ ਲਈ ਬਹੁਤ ਔਖਾ ਹੁੰਦਾ, ਕਿਉਂਕਿ ਉਹਦਾ ਘਰ ਬਦਲ ਜਾਣਾ, ਉਹਦੀਆਂ ਹੌਲੀ ਹੌਲੀ ਕਰਕੇ ਚੋਇਸਿਸ ਬਦਲ ਜਾਣੀਆਂ, ਜੀਣ ਦੇ ਅੰਦਾਜ਼ ਬਦਲ ਜਾਣੇ, ਫੈਮਿਲੀ ਦਾ ਸਾਰਾ ਸਟਰਕਚਰ ਚੇਂਜ ਹੋ ਜਾਣਾ। ਔਰ ਜਿਹੜੇ ਮਾਪਿਆਂ ਦੇ ਕੋਲ, ਜਿਹੜੇ ਸਿਬਲਿੰਗਸ ਦੇ ਵਿੱਚ ਤੁਸੀਂ ਪਲੇ ਹੁੰਦੇ ਆ, ਉਹਨਾਂ ਨੂੰ ਛੱਡ ਕੇ ਆਉਣਾ ਹੈ ਨਾ, ਉਹ ਬਹੁਤ ਵੱਡਾ ਸਰੈਂਡਰ ਹੁੰਦਾ ਆ। ਐਂਡ ਮੇਰੇ ਵਾਸਤੇ ਉਨੀ ਵੱਡੀ ਉਹ ਕਮਿਟਮੈਂਟ ਸੀਗੀ ਕਿ ਜੇ ਕੋਈ ਤੁਹਾਡੇ ਲਈ ਇੰਨਾ ਕਰ ਰਿਹਾ, ਇੰਨਾ ਸੈਕਰੀਫਾਈਸ ਜੇ ਕਿਸੇ ਨੇ ਕੀਤਾ ਹੈ ਤੁਹਾਡੇ ਲਈ, ਤਾਂ ਤੁਹਾਡਾ ਬਣਦਾ ਹੈ ਕਿ ਹਰ ਜਗ੍ਹਾ ਦੇ ਉੱਤੇ ਉਹਦੇ ਨਾਲ ਖਲੋਵੋ, ਉਹਦਾ ਸਾਥ ਦਿਓ। ਤਾਂ ਉਹਦੇ 'ਚੋਂ ਹੀ ਨਿਕਲਿਆ ਹੋਇਆ ਗੀਤ ਸੀਗਾ ਜਿਹੜਾ ਧੀਏ ਗੀਤ ਅਸੀਂ ਰਿਲੀਜ਼ ਕੀਤਾ ਸੀਗਾ। ਮੈਂ ਅਤੇ ਰੂਪੀ ਗਿੱਲ ਹੋਣਾ ਨੇ ਪਰਫੋਰਮ ਕੀਤਾ ਸੀ ਉਹਦੇ 'ਤੇ। ਉਹ ਗੀਤ ਮੇਰੇ ਵਿਆਹ ਤੋਂ ਬਾਅਦ 'ਚ ਮੈਂ ਲਿਖਿਆ ਸੀਗਾ। ਸੋ ਉਹਦੇ 'ਚ ਜ਼ਿਆਦਾ ਇੱਕ ਕੁੜੀ ਦੇ ਪਰਸਪੈਕਟਿਵ ਤੋਂ ਸੀ। ਸੋ ਜੀ। ਜੇ ਤੁਹਾਡੇ ਇੰਡੀਵਿਜੂਅਲ ਲੈਵਲ 'ਤੇ ਦੇਖਿਆ ਜਾਏ ਕਿ ਤੁਹਾਡੇ ਕੁਝ ਸੁਪਨੇ, ਕੁਝ ਅਰਮਾਨ ਸੀਗੇ ਵਿਆਹ ਤੋਂ ਪਹਿਲਾਂ? ਮੇਰੇ ਖਿਆਲ ਸਾਰਿਆਂ ਦੇ ਹੁੰਦੇ ਨੇ ਜੀ, ਮੇਰੇ ਵੀ ਸੀਗੇ। ਮੈਂ ਘੁੰਮਣ ਦਾ ਬਹੁਤ ਸ਼ੌਕੀਨ ਹਾਂ, ਤਾਂ ਮੈਨੂੰ ਹਮੇਸ਼ਾ ਹੁੰਦਾ ਸੀ ਕਿ ਚੰਗਾ ਸਾਥ ਹੋਵੇ ਘੁੰਮਣ ਲਈ ਤਾਂ ਬਹੁਤ ਵਧੀਆ। ਉਹ ਸਾਥ ਮੈਨੂੰ ਮਿਲ ਗਿਆ ਜੀ। ਸੋ ਤੁਹਾਡੀ ਅਰੇਂਜ ਮੈਰਿਜ ਸੀ ਜਾਂ ਲਵ ਮੈਰਿਜ? ਅਰੇਂਜ ਮੈਰਿਜ ਸੀਗੀ ਜੀ। ਜੀ। ਸੋ ਵਿਆਹ ਤੋਂ ਬਾਅਦ ਹੁਣ ਆਈ ਥਿੰਕ 9-10 ਮਹੀਨੇ ਹੋ ਗਿਆ ਤੁਹਾਡੀ ਮੈਰਿਜ ਨੂੰ। ਸੋ ਉਦੋਂ ਬਾਅਦ ਕਿਹੜੀ ਤਬਦੀਲੀ ਜ਼ਿੰਦਗੀ ਵਿੱਚ ਦੇਖਣ ਨੂੰ ਮਿਲੀ? ਇੱਕ ਤਾਂ ਕੱਪੜੇ ਪ੍ਰੈਸ ਹੋਏ ਮਿਲਦੇ ਆ, ਘਰੋਂ ਤੁਰਨ ਲੱਗਿਆ ਰੋਟੀ ਪੈਕਡ ਮਿਲਦੀ ਹੈ, ਪਾਣੀ ਦੀ ਬੋਤਲ ਮੇਰੀ ਗੱਡੀ 'ਚ ਰੱਖੀ ਹੁੰਦੀ ਹੈ, ਸੌਣ ਤੋਂ ਪਹਿਲਾਂ ਵੀ ਸਾਰਾ ਕਮਰਾ ਮੇਰਾ ਸਾਫ਼ ਹੁੰਦਾ, ਕਲੀਨ ਹੁੰਦਾ। ਵੈਸੇ ਮੈਨੂੰ ਪਹਿਲਾਂ ਵੀ ਆਦਤ ਹੁੰਦੀ ਸੀ ਕਿ ਮੈਂ ਥੋੜ੍ਹਾ ਆਪਣਾ ਸਮੇਟ ਕੇ ਚੱਲਦਾ ਹੁੰਦਾ ਸਾਰਾ ਕੁਝ। ਟਰੈਵਲਿੰਗ 'ਚ ਵੀ ਹੋਵਾਂ ਤਾਂ ਮੈਨੂੰ ਬਹੁਤ ਆਦਤ ਹੈ ਕਿ ਮੇਰਾ ਬੈਗ ਬੜਾ ਔਰਗੇਨਾਈਜ਼ਡ ਹੁੰਦਾ। ਤਾਂ ਉਹ ਸਿਮਿਲਰ ਜਿਹੀਆਂ ਆਦਤਾਂ ਉਹਨਾਂ ਦੀਆਂ ਵੀ ਨੇ। ਸੋ ਵਧੀਆ ਲੱਗ ਰਿਹਾ ਸਾਰਾ ਕੁਛ। ਸੋ ਇੱਕ ਕਲਾਕਾਰ ਦੀ ਜ਼ਿੰਦਗੀ ਦੇ ਵਿੱਚ ਜਿਵੇਂ ਮੈਰਿਜ ਜਦੋਂ ਹੋ ਜਾਂਦੀ ਹੈ, ਉਹਨੂੰ ਕਿਸ ਤਰੀਕੇ ਦੇ ਚੇਂਜਸ ਕਰਨੇ ਪੈਂਦੇ ਆ ਆਪਣੇ ਕੰਮ ਕਰਨ ਦੇ ਅੰਦਾਜ਼ ਦੇ ਵਿੱਚ? ਕਿ ਉਹਦੇ 'ਚ ਵੀ ਕੋਈ ਫਰਕ ਆਉਂਦਾ? ਫਰਕ ਆਉਂਦਾ, ਡੈਫੀਨੇਟਲੀ ਆਉਂਦਾ ਜੀ। ਜਿੱਥੇ ਅੱਗੇ ਚੰਡੀਗੜ੍ਹ ਆਉਣਾ ਹੁੰਦਾ ਸੀਗਾ ਤਾਂ ਮੈਂ ਇੱਥੇ ਮਹੀਨਾ ਵੀ ਰੁਕ ਜਾਂਦਾ ਸੀਗਾ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ। ਹੁਣ ਇੰਨਾ ਲੰਮਾ ਸਮਾਂ ਸਟੇ ਨਹੀਂ ਕਰ ਪਾਈਦਾ। ਪਿੱਛੋਂ ਵੀ ਉਹਨਾਂ ਦੇ ਵੀ ਫੋਨ ਆਉਣੇ ਸ਼ੁਰੂ ਹੋ ਜਾਂਦੇ ਆ। ਆਪਣਾ ਵੀ ਕਈ ਵਾਰੀ ਦਿਲ ਹੁੰਦਾ ਕਿ ਨਹੀਂ ਹੁਣ ਪਛਾਣ ਨੂੰ ਮੁੜ ਚੱਲੀਏ, ਘਰ ਨੂੰ ਮੁੜ ਚੱਲੀਏ। ਤਾਂ ਕੰਮ ਉਸ ਤਰੀਕੇ ਨਾਲ ਸਾਨੂੰ ਟਾਈਮ ਦੀ ਬਾਉਂਡੇਸ਼ਨ ਦੇ ਹਿਸਾਬ ਨਾਲ ਸਿਲੈਕਟ ਕਰਨੇ ਪੈਂਦੇ ਕਿ ਇੰਨੇ ਦੇਣਾ ਤਾਂ ਇੰਨੇ ਕੰਮ ਆ, ਇਹ 'ਚ ਇੰਨੇ ਕਰਕੇ ਮੁੜਨਾ ਆ ਵਾਪਸ। ਸੋ ਉਸ ਤਰੀਕੇ ਨਾਲ ਉਹ ਸੋਹਣੀ ਚੀਜ਼ ਹੈ ਵੈਸੇ, ਕਿਉਂਕਿ ਅੱਗੇ ਵਿਹਲਿਆਂ ਟਾਈਮ ਜ਼ਿਆਦਾ ਕੱਢੀਦਾ ਸੀਗਾ, ਆਊਟਪੁੱਟ ਘੱਟ ਹੁੰਦੀ ਸੀ। ਹੁਣ ਜਿੰਨਾ ਟਾਈਮ ਹੁੰਦਾ, ਜਿੰਨਾ ਕੰਮ ਕਰੀਦਾ, ਉਹਨਾਂ ਆਊਟਪੁੱਟ ਕੱਢੀਦੀ ਹੈ। ਹੁਣ ਜ਼ਿਆਦਾ ਪ੍ਰੋਡਕਟਿਵਿਟੀ ਆ ਗਈ, ਪ੍ਰੋਡਕਟਿਵਿਟੀ ਜ਼ਿਆਦਾ ਹੋ ਗਈ।
ਸੋ ਤੁਹਾਡਾ ਇੱਕ ਗੀਤ ਹੈ ਜੋੜਾ ਝਾਂਜਰਾਂ ਦਾ ਜੀ। ਜਿਹਦੇ 'ਚ ਤੁਸੀਂ ਲਿਖਦੇ ਹੋ ਕਿ ਸੁਪਨੇ ਜਿਉਂਦੇ ਰੱਖੇ ਨੇ ਖੌਰੇ ਕੀ ਕੁਝ ਸਹਿ ਕੇ ਮੈਂ। ਸੁਪਨੇ ਜਿਉਂਦੇ ਰੱਖੇ ਨੇ ਖੌਰੇ ਕੀ ਕੁਝ ਸਹਿ ਕੇ ਮੈਂ। ਜੀ। ਸੋ ਇੱਕ ਕਲਾਕਾਰ ਬਣਨ ਦਾ, ਇੱਕ ਗਾਇਕ ਬਣਨ ਦਾ, ਗੀਤਕਾਰ ਬਣਨ ਦਾ ਸੁਪਨਾ ਇੰਨਾ ਸੌਖਾ ਤੇ ਨਹੀਂ ਪੂਰਾ ਹੋ ਗਿਆ ਹੋਣਾ, ਬਹੁਤ ਕੁਝ ਘਟਿਆ ਹੋਏਗਾ, ਸਹਿਨ ਕੀਤਾ ਹੋਏਗਾ ਜੇ ਉਸ ਨੂੰ ਸ਼ਬਦ ਤੁਸੀਂ ਦੇ ਸਕੋ। ਮੈਂ ਇਸ ਗੱਲੋਂ ਬੜਾ ਖੁਸ਼ਕਿਸਮਤ ਸੀਗਾ ਕਿ ਮੇਰੇ ਡੈਡ ਨੇ ਹਮੇਸ਼ਾ ਮੇਰਾ ਸਾਥ ਦਿੱਤਾ। ਜਦੋਂ ਸਕੂਲ ਦੇ ਵਿੱਚ ਸੀਗਾ ਉਦੋਂ ਉਹਨਾਂ ਨੂੰ ਹੁੰਦਾ ਸੀ ਵੀ ਇਹ ਪੜ੍ਹ ਜਾਵੇ, ਕੁਝ ਕਰ ਲਏਗਾ, ਡਿਗਰੀ ਕਰ ਲਵੇ, ਹੈ ਨਾ। ਤਾਂ ਮੈਂ ਉਹਨਾਂ ਦੇ ਕਹਿਣ 'ਤੇ ਬੀਟੈਕ ਕੀਤੀ ਵੀ, ਪਰ ਉਹਨਾਂ ਨੂੰ ਇਹ ਪਤਾ ਸੀਗਾ ਕਿ ਇਹਨੇ ਨੌਕਰੀ ਨਹੀਂ ਕਰਨੀ, ਕਿਉਂਕਿ ਉਹ ਮੇਰੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾਂਦਾ ਸੀਗਾ। ਪੜ੍ਹਾਈ ਦੇ ਵਿੱਚ ਵੀ ਐਵਰੇਜ ਸੀਗਾ ਮੈਂ, ਬਹੁਤ ਕੋਈ ਐਕਸਟਰਾਆਰਡਨਰੀ ਸਟੂਡੈਂਟ ਨਹੀਂ ਸੀਗਾ, ਪਰ ਗਾਉਣ ਦੇ ਵਿੱਚ ਮੇਰਾ ਇੰਨਾ ਹੁੰਦਾ ਸੀਗਾ ਕਿ ਬਸ ਲੱਗਾ ਰਹਿੰਦਾ ਹੁੰਦਾ ਸੀ। ਮੰਮੀ ਵੀ ਕਈ ਵਾਰੀ ਮੇਰੀਆਂ ਡਾਇਰੀਆਂ ਲੁਕਾ ਦਿੰਦੇ ਹੁੰਦੇ ਸੀ ਗੀਤਾਂ ਵਾਲੀਆਂ। ਫਿਰ ਉਹਨਾਂ ਨੇ ਲੁਕਾ ਕੇ ਇੱਕ ਵਾਰੀ ਮੈਨੂੰ ਕਹਿਤਾ ਮੈਂ ਤੇਰੀਆਂ ਡਾਇਰੀਆਂ ਸਾੜਤੀਆਂ ਨੇ, ਅਤੇ ਜਦ ਕਿ ਉਹ ਉਹਨਾਂ ਨੇ ਆਪਣੇ ਪੜ੍ਹਨ ਲਈ ਰੱਖ ਲਈਆਂ ਸੀਗੀਆਂ। ਅਤੇ ਜਦੋਂ ਮੈਂ ਸਕੂਲ ਚਲ ਜਾਂਦਾ ਸੀ ਉਹ ਪਿੱਛੋਂ ਮੇਰੀਆਂ ਡਾਇਰੀਆਂ ਪੜ੍ਹਦੇ ਹੁੰਦੇ ਸੀਗੇ। ਫਿਰ ਇੱਕ ਦਿਨ ਉਹ ਪੜ੍ਹ ਰਹੇ ਸੀਗੇ ਤਾਂ ਮੈਂ ਸਕੂਲ ਟਾਈਮ ਤੋਂ ਥੋੜ੍ਹਾ ਪਹਿਲਾਂ ਆ ਗਿਆ ਸੀ, ਕਿਉਂਕਿ ਛੁੱਟੀ ਕਿਸੇ ਕਾਰਨ ਪਹਿਲਾਂ ਹੋ ਗਈ ਸੀ। ਮੈਂ ਸਕੂਲ ਟਾਈਮ ਤੋਂ ਪਹਿਲਾਂ ਘਰੇ ਪਹੁੰਚ ਗਿਆ ਸੀ ਜਿੰਨੇ ਟਾਈਮ 'ਤੇ ਪਹੁੰਚਣਾ ਹੁੰਦਾ ਸੀਗਾ। ਅਤੇ ਉਹ ਜਦੋਂ ਮੈਂ ਆ ਕੇ ਦੇਖਿਆ ਤਾਂ ਉਹ ਡਾਇਰੀਆਂ ਜਿਹੜੀਆਂ ਇੱਦਾਂ ਹੀ ਟੇਬਲ 'ਤੇ ਪਈਆਂ ਹੋਈਆਂ ਸੀ। ਮੈਂ ਕਿਹਾ ਤੁਸੀਂ ਤਾਂ ਕਿਹਾ ਸੀ ਸਾੜਤੀਆਂ। ਅਤੇ ਫਿਰ ਉੱਚੀ ਉੱਚੀ ਹੱਸਣ ਲੱਗੇ, ਕਹਿੰਦੇ ਸੋਹਣਾ ਲਿਖਦਾ ਆ ਤੂੰ, ਲਿਖਣਾ ਬੰਦ ਨਾ ਕਰੀ ਬਟ ਨਾਲ ਨਾਲ ਪੜ੍ਹ ਵੀ ਲਿਆ ਕਰ। ਸੋ ਮੈਨੂੰ ਇਸ ਕਿਸਮ ਦਾ ਸਾਥ ਮਿਲਦਾ ਰਿਹਾ ਕਰੋ। ਐਂਡ ਉਹੀ ਸ਼ਾਇਦ ਕਾਰਨ ਹੈ ਕਿ ਤੁਸੀਂ ਇੱਥੇ ਤੱਕ ਪਹੁੰਚੇ। ਜੀ। ਸੋ ਤੁਹਾਡੇ ਗੀਤ ਅਸੀਂ ਸੁਣਦੇ ਹਾਂ ਤੇ ਇੱਕ ਪਰਫੈਕਟ ਲਾਈਫ ਕਿੱਦਾਂ ਦੀ ਹੁੰਦੀ ਹੈ, ਪਰਫੈਕਟ ਬੰਦਾ ਕਿੱਦਾਂ ਦਾ ਹੁੰਦਾ ਹੈ, ਪਰਫੈਕਟ ਪਿਆਰ ਕਿੱਦਾਂ ਦਾ ਹੁੰਦਾ ਹੈ, ਉਹ ਸਭ ਦਾ ਅੰਦਾਜ਼ਾ ਤੁਹਾਡੇ ਗੀਤਾਂ ਵਿੱਚੋਂ ਮਿਲ ਜਾਂਦਾ ਹੈ। ਸੋ ਜਿਸ ਤਰੀਕੇ ਨਾਲ ਸਾਨੂੰ ਤੁਹਾਡੇ ਗੀਤ ਸਰਵ ਗੁਣ ਸੰਪੂਰਨ ਨਜ਼ਰ ਆਉਂਦੇ ਨੇ, ਕਿ ਤੁਸੀਂ ਵੀ ਆਪਣੇ ਗੀਤਾਂ ਬਾਰੇ ਇਦਾਂ ਹੀ ਸੋਚਦੇ ਹੋ? ਊਣਤਾਈਆਂ ਹਮੇਸ਼ਾ ਹੁੰਦੀਆਂ ਨੇ ਜੀ ਹਰ ਚੀਜ਼ ਦੇ ਵਿੱਚ। ਅਕਸਰ ਕਈਆਂ ਕੋਲੋਂ ਬੜਾ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ। ਕੋਈ ਜਿਹੜੇ ਚੰਗੇ ਸ਼ਾਇਰ ਨੇ, ਚੰਗੇ ਕਵੀ ਨੇ, ਜਿਨ੍ਹਾਂ ਦੀ ਸ਼ਬਦਾਂ ਦੇ ਉੱਤੇ ਬਹੁਤ ਮਹਾਰਤ ਹੈ, ਕਿਉਂਕਿ ਮੈਂ ਬੜਾ ਮੂਡ ਦੇ ਅਕੋਰਡਿੰਗ ਲਿਖਣ ਵਾਲਾ ਬੰਦਾ। ਮੇਰਾ ਜਿੱਦਾਂ ਦਾ ਮੂਡ ਹੁੰਦਾ ਮੈਂ ਉੱਦਾਂ ਦਾ ਲਿਖ ਦਿੰਦਾ। ਮੈਂ ਕੋਈ ਬਹੁਤ ਵਰਡ ਪਲੇ ਕਰਨ ਵਾਲਾ ਆਰਟਿਸਟ ਨਹੀਂ ਹੈਗਾ, ਗੀਤਕਾਰ ਨਹੀਂ ਹੈਗਾ। ਅੱਖਰਾਂ ਦੇ ਵਿੱਚ ਵੱਧ ਘਾਟ ਗਲਤੀ ਹੋ ਜਾਂਦੀ ਆ, ਮੀਟਰ ਦੇ ਵਿੱਚ ਗਲਤੀ ਹੋ ਜਾਂਦੀ ਆ, ਅਤੇ ਪਰ ਮੈਨੂੰ ਇਹੀ ਹੁੰਦਾ ਕਿ ਮੇਰਾ ਇਮੋਸ਼ਨ ਜੋ ਮੈਂ ਐਕਸਪ੍ਰੈਸ ਕਰਨਾ ਚਾਹੁੰਦਾ ਉਹ ਪ੍ਰੋਪਰਲੀ ਐਕਸਪ੍ਰੈਸ ਹੋ ਜਾਵੇ। ਸੋ ਤੁਹਾਡੇ ਗੀਤ ਜਦੋਂ ਅਸੀਂ ਸੁਣਦੇ ਹਾਂ ਨਾ ਤਾਂ ਇੱਕ ਥੈਰੇਪੀ ਜਿਹੀ ਮਿਲਦੀ ਹੈ, ਕਿ ਜਦੋਂ ਬੰਦਾ ਬੜਾ ਉਦਾਸ ਹੋਵੇ ਜੀ ਤੁਹਾਡੇ ਗੀਤ ਸੁਣ ਲਈਦੇ ਆ, ਕਦੇ ਰੋਣ ਦਾ ਜੀ ਕਰੇ ਤਾਂ ਵੀ ਤੁਹਾਡੇ ਗੀਤ ਸੁਣ ਲਈਦੇ ਆ, ਕਦੇ ਜ਼ਿੰਦਗੀ 'ਚ ਬਹੁਤ ਉਥਲ ਪੁਥਲ ਹੋਏ ਤੇ ਉਹ ਸ਼ਾਂਤੀ ਲਈ ਵੀ ਤੁਹਾਡੇ ਗੀਤ ਸੁਣ ਲਈਦੇ ਆ। ਥੈਂਕ ਯੂ ਜੀ। ਸੋ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਤੁਹਾਡੇ ਗੀਤ ਸਾਨੂੰ ਇਹ ਸਾਰੇ ਅਹਿਸਾਸਾਂ ਦਾ ਅਹਿਸਾਸ ਕਰਾਉਂਦੇ ਆ, ਸੋ ਬਹੁਤ ਸਾਰੇ ਕੰਪਲੀਮੈਂਟਸ ਤੁਹਾਨੂੰ ਬਹੁਤ ਸਾਰੇ ਲੋਕਾਂ ਵੱਲੋਂ ਮਿਲਦੇ ਹੋਣਗੇ ਵੀ ਤੁਹਾਡੇ ਗੀਤ ਨੇ ਮੇਰੀ ਜ਼ਿੰਦਗੀ 'ਚ ਆਹ ਤਬਦੀਲੀ ਕਰਤੀ, ਆਹ ਬਦਲਾਵ ਲੈ ਕੇ ਆਂਦਾ। ਸੋ ਜੇ ਮੈਂ ਪੁੱਛਾਂ ਉਹਨਾਂ 'ਚੋਂ ਸਭ ਤੋਂ ਵਿਲੱਖਣ ਜਾਂ ਸਭ ਤੋਂ ਅਵੱਲਾ ਕੰਪਲੀਮੈਂਟ ਕਿਹੜਾ ਸੀ, ਜਿਹੜਾ ਸੁਣ ਕੇ ਤੁਹਾਨੂੰ ਲੱਗਿਆ ਵੀ ਅੱਛਾ ਮੇਰੇ ਗੀਤ ਨੇ ਆਹ ਵੀ ਕਰ ਦਿੱਤਾ? ਹਾਂ, ਇੱਕ ਗੀਤ ਸੀਗਾ ਜੀ ਸਾਡਾ ਦਾਣਾ ਪਾਣੀ, ਅਮਰਿੰਦਰ ਭਾਜੀ ਨੇ ਗਾਇਆ ਸੀਗਾ। ਦਾਣਾ ਪਾਣੀ ਉਹ ਚੰਨਾ ਤੇ ਜਗਦਾ। ਉਸ ਗੀਤ ਨਾਲ ਰਿਲੇਟਡ ਇੱਕ ਸਟੋਰੀ ਹੈ, ਮੈਂ ਨਾਮ ਤਾਂ ਨਹੀਂ ਲੈਣਾ ਚਾਹੂੰਗਾ, ਬਟ ਕੋਈ ਇੱਕ ਹਿਊਮਨ ਸੀ ਅਮਰੀਕਾ ਤੋਂ, ਉਹਨਾਂ ਨੂੰ ਕੋਈ ਧੱਕਾ ਲੱਗਿਆ ਹੋਇਆ ਸੀਗਾ ਤਾਂ ਉਹ ਸਾਰਾ ਕੁਝ ਉੱਥੋਂ ਛੱਡ ਕੇ ਇੰਡੀਆ ਆ ਕੇ ਰਹਿਣਾ ਸ਼ੁਰੂ ਹੋ ਗਏ ਸੀਗੇ। ਅਤੇ ਉਹ ਧਰਮਸ਼ਾਲਾ ਦੇ ਲਾਗੇ ਕਿਸੇ ਥਾਂ 'ਤੇ ਰਹਿੰਦੇ ਸੀਗੇ। ਫਿਰ ਉਹਨਾਂ ਨੂੰ ਰਹਿੰਦਿਆਂ 4 ਸਾਲ ਹੋ ਚੁੱਕੇ ਸੀਗੇ ਇੱਥੇ। ਸਡਨਲੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਪਾਸਟ ਸੀਗਾ ਦੁਬਾਰਾ ਤੋਂ ਉਹਨਾਂ 'ਤੇ ਹਾਵੀ ਹੋਣਾ ਸ਼ੁਰੂ ਹੋ ਗਿਆ, ਅਤੇ ਉਹਨਾਂ ਨੂੰ ਸੁਸਾਈਡਲ ਥਾਟਸ ਜਿਹੜੇ ਸੀ ਉਹ ਸ਼ੁਰੂ ਹੋ ਗਏ ਹੋਣੇ। ਅਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਮੈਂ ਸੁਸਾਈਡ ਕਰ ਲੈਣਾ, ਔਰ ਇੱਕ ਪੁਲ 'ਤੇ ਜਾ ਕੇ ਬੈਠ ਕੇ ਜਿੱਥੋਂ ਉਹਨਾਂ ਨੇ ਛਾਲ ਮਾਰਨੀ ਸੀਗੀ, ਔਰ ਪੁਲ 'ਤੇ ਬੈਠ ਕੇ ਉਹਨਾਂ ਡਿਸਾਈਡ ਕੀਤਾ ਕਿ ਮੈਂ ਇੱਕ ਵਾਰੀ ਆਪਦੇ ਆਪ ਨਾਲ ਗੱਲ ਕਰ ਲਵਾਂ। ਗੱਲ ਕਰਕੇ ਤਾਂ ਫਿਰ ਉਸ ਤੋਂ ਬਾਅਦ ਛਾਲ ਮਾਰੀ ਜਾਊਗੀ। ਉਹ ਜਦੋਂ ਗੱਲ ਕਰ ਰਹੇ ਸੀਗੇ ਤਾਂ ਉਹਨਾਂ ਦੇ ਪਿੱਛੋਂ ਇੱਕ ਗੱਡੀ ਨਿਕਲੀ, ਤਾਂ ਉਹਦੇ 'ਤੇ ਇਹ ਗੀਤ ਲੱਗਿਆ ਹੋਇਆ ਸੀ ਦਾਣਾ ਪਾਣੀ। ਤਾਂ ਉਹ ਕੁਝ ਸਤਰਾਂ ਉਹਨਾਂ ਦੇ ਕੰਨਾਂ 'ਚ ਇਸ ਤਰ੍ਹਾਂ ਪਈਆਂ ਗੱਡੀ ਲੰਘਦਿਆਂ ਤਾਂ ਉਹਨਾਂ ਨੇ ਨਾ ਆਪਣਾ ਫੋਨ ਕੱਢਿਆ, ਤਾਂ ਉਹ ਸਪੋਟੀਫਾਈ ਖੋਲ੍ਹਿਆ। ਸਪੋਟੀਫਾਈ ਦੇ ਵਿੱਚ ਉਹ ਸੁਜੈਸਟਿਡ ਦੇ ਵਿੱਚ ਉਹ ਗਾਣਾ ਜਿਹੜਾ ਉੱਪਰ ਹੀ ਸ਼ੋਅ ਹੋ ਰਿਹਾ ਸੀ ਉਹਨਾਂ ਦੇ, ਅਤੇ ਉਹਨਾਂ ਦੀ ਹੈਰਾਨਗੀ ਦਾ ਮਤਲਬ ਅੰਦਾਜ਼ਾ ਹੀ ਨਹੀਂ ਰਿਹਾ ਕਿ ਇਹ ਕਿੱਦਾਂ ਹੋ ਸਕਦਾ ਕਿ ਜਿਹੜਾ ਗਾਣਾ ਮੈਂ ਸੁਣਿਆ ਹੀ ਕਦੀ ਨਹੀਂ ਉਹ ਮੇਰੇ ਸੁਜੈਸਟਿਡ ਦੇ ਵਿੱਚ ਵੀ ਆ ਹੁਣੇ ਮੈਂ ਸੁਣ ਕੇ, ਕਿਉਂਕਿ ਕੁਦਰਤ ਨੇ ਸ਼ਾਇਦ ਉਹ ਗਾਣਾ ਉਹਨਾਂ ਤੱਕ ਪਹੁੰਚਾਉਣਾ ਸੀਗਾ। ਉਹਨਾਂ ਦੱਸਿਆ ਕਿ ਮੈਂ 4 ਘੰਟੇ ਉੱਥੇ ਪੁਲ 'ਤੇ ਬੈਠ ਕੇ ਉਹ ਗਾਣਾ ਸੁਣਿਆ, ਔਰ ਉਸ ਗਾਣੇ ਨੂੰ ਸੁਣਨ ਤੋਂ ਬਾਅਦ 'ਚ ਇਹ ਡਿਸਾਈਡ ਕੀਤਾ ਕਿ ਮੈਂ ਛਾਲ ਨਹੀਂ ਮਾਰਨੀ, ਤਾਂ ਵਾਪਸ ਮੈਂ ਘਰ ਨੂੰ ਚਲਾ ਗਿਆ। ਸੋ ਜਦੋਂ ਸੁਣਦੇ ਹੋ ਅਜਿਹੀਆਂ ਗੱਲਾਂ, ਉਹਨਾਂ ਨੇ ਆਪ ਇਹ ਕਹਾਣੀ ਤੁਹਾਨੂੰ ਦੱਸੀ? ਹਾਂਜੀ, ਉਹਨਾਂ ਨੇ ਆਪ ਇਹ ਕਹਾਣੀ ਦੱਸੀ ਸੀਗੀ। ਮੈਂ ਇੱਥੇ ਜੈਂਡਰ ਨਹੀਂ ਸਪੈਸੀਫਾਈ ਕਰਨਾ ਚਾਹੁੰਦਾ, ਉਹਨਾਂ ਨੇ ਆਪ ਇਹ ਕਹਾਣੀ ਦੱਸੀ ਸੀਗੀ। ਐਂਡ ਜਦੋਂ ਉਹ ਫੋਨ ਕਰ ਰਹੇ ਸੀਗੇ ਸਾਡੀ ਟੀਮ ਨੂੰ, ਤਾਂ ਅਸੀਂ ਸ਼ਾਇਦ ਕਿਤੇ ਬਿਜ਼ੀ ਸੀਗੇ।
ਉਸ ਮੂਮੈਂਟ ਤੇ ਫੋਨ ਨਹੀਂ ਚੁੱਕਿਆ ਗਿਆ ਨਾ, ਪੁਲ ਤੇ ਬੈਠਿਆਂ ਫੋਨ ਕੀਤੇ ਸੀ। ਅੱਛਾ, ਉਦੋਂ ਹੀ ਫੋਨ ਕੀਤੇ ਸੀ, ਪਰ ਉਦੋਂ ਚੁੱਕੇ ਨਹੀਂ ਗਏ ਫੋਨ। ਉਹਨਾਂ ਨਾਲ ਅਗਲੇ ਦਿਨ ਗੱਲ ਹੋਈ ਸੀ ਮੇਰੀ ਜਾ ਕੇ। ਤਾਂ ਫਿਰ ਜਦੋਂ ਉਹਨਾਂ ਨੇ ਆਪਣਾ ਇਹ ਐਕਸਪੀਰੀਅੰਸ ਦੱਸਿਆ ਤਾਂ ਸਾਨੂੰ ਵੀ ਲੱਗਿਆ ਕਿ ਸਾਨੂੰ ਮਿਲਣਾ ਚਾਹੀਦਾ ਹੈ, ਪਰ ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਮਿਲਣਾ ਨਹੀਂ, ਮੈਨੂੰ ਮਿਲਣ ਦੀ ਕੋਈ ਭੁੱਖ ਨਹੀਂ ਹੈਗੀ, ਮੈਂ ਮਿਲਣਾ ਨਹੀਂ, ਚਾਹਤ ਹੀ ਨਹੀਂ ਹੈਗੀ ਮਿਲਣ ਦੀ। ਹਾਂ, ਪਰ ਇਹ ਹੈ ਕਿ ਤੁਹਾਡੀ ਜਗ੍ਹਾ ਮੇਰੀ ਜ਼ਿੰਦਗੀ 'ਚ ਬੜੀ ਖਾਸ ਹੈ ਅਤੇ ਸ਼ਾਇਦ ਮੈਂ ਫੇਸ ਨਹੀਂ ਕਰਨਾ ਚਾਹੁੰਦਾ ਜਾਂ ਚਾਹੁੰਦੀ, ਅਤੇ ਆਪਾਂ ਇਹਨੂੰ ਇੱਥੇ ਹੀ ਕਲੋਜ਼ ਕਰਦੇ ਹਾਂ। ਅਤੇ ਫਿਰ ਮੈਂ ਆਪਣੇ ਆਪ ਦੇ ਵਿੱਚ ਇਹ ਗੱਲ ਕਰਨੀ ਸ਼ੁਰੂ ਕੀਤੀ ਕਿ ਮਾਲਕਾ ਤੇਰਾ ਸ਼ੁਕਰ ਹੈ ਕਿ ਸ਼ਾਇਦ ਗਾਣਿਆਂ ਦਾ ਜਿਹੜਾ ਉਹ ਪਰਪਸ ਹੈ, ਜਿਹਦੇ ਕਰਕੇ ਗਾਣੇ ਤੁਸੀਂ ਲਿਖਵਾਉਂਦੇ ਹੋ ਜਾਂ ਬਣਵਾਉਂਦੇ ਹੋ, ਉਹ ਸ਼ਾਇਦ ਇਸ ਤਰੀਕੇ ਨਾਲ ਸਰਵ ਹੋ ਰਿਹਾ। ਪਰ ਤੁਸੀਂ ਇੰਨੇ ਸਾਲ ਹੋ ਗਏ ਆ, ਕਹਿੰਦੇ ਐਂਟਰਟੇਨਮੈਂਟ ਬਿਜ਼ਨਸ ਬਾਰੇ ਕਿ ਇਸ ਲਾਈਨ ਦੇ ਵਿੱਚ ਜਦੋਂ ਆਉਂਦੇ ਆ, ਇਸ ਖੇਤਰ ਦੇ ਵਿੱਚ ਆਉਂਦੇ ਆ ਤਾਂ ਅਕਸਰ ਬੰਦੇ ਬਦਲ ਜਾਂਦੇ ਆ, ਉਹਨਾਂ ਨੂੰ ਹਵਾ ਲੱਗ ਜਾਂਦੀ ਹੈ, ਉਹ ਨਹੀਂ ਰਹਿੰਦੇ। ਸੋ ਤੁਸੀਂ ਇੰਨੇ ਸਾਲਾਂ ਤੋਂ ਆਪਣੀ ਉਹੀ ਇੱਕ ਛਵੀ ਕਹਿ ਲਓ ਜਾਂ ਆਪਣੀ ਉਹੀ ਇੱਕ ਪਰਸਪੈਕਟਿਵ ਜ਼ਿੰਦਾ ਰੱਖਿਆ ਵੀ ਸਟਾਰਡਮ ਅਕਸਰ ਬੰਦੇ ਨੂੰ ਬਦਲ ਦਿੰਦਾ। ਸੋ ਕਿਵੇਂ ਤੁਸੀਂ ਆਪਣੇ ਆਪ ਨੂੰ ਉਹ ਚਮਕ ਦਮਕ ਤੋਂ ਬਚਾ ਪਾਏ? ਇਹਦਾ ਨਾ ਇੱਕ ਬੜਾ ਸੋਹਣਾ ਤਰੀਕਾ ਹੁੰਦਾ ਤੁਹਾਡੇ ਅਰਾਊਂਡ ਨਾ, ਤੁਹਾਡੇ ਜਿਹੜੇ ਕੋਰ ਆਪਣੇ ਹੁੰਦੇ ਨੇ ਨਾ, ਉਹ ਸਭ ਤੋਂ ਸੋਹਣੇ ਕ੍ਰਿਟਿਕਸ ਹੁੰਦੇ ਨੇ ਤੁਹਾਡੇ। ਮੇਰੇ ਬ੍ਰਦਰ ਹਰਪ੍ਰੀਤ ਸਿੰਘ, ਜੋਧਬੀਰ ਸਿੰਘ, ਮੇਰੀ ਸਿਸਟਰ ਆ ਨੂਰ, ਇਹਨਾਂ ਤਿੰਨਾਂ ਦੀ ਸਲਾਹ ਹਮੇਸ਼ਾ ਮੇਰੇ ਲਈ ਬਹੁਤ ਮਾਇਨੇ ਰੱਖਦੀ ਰਹੀ ਹੈ। ਐਂਡ ਜਦੋਂ ਵੀ ਮੈਂ ਕਦੀ ਲਾਈਨ ਤੋਂ ਮਾੜਾ ਜਿਹਾ ਵੀ ਇੱਧਰ ਹੁੰਦਾ ਤਾਂ ਉਹਨਾਂ ਦੀ ਝਿੜਕ, ਉਹਨਾਂ ਦਾ ਪਿਆਰ ਮੈਨੂੰ ਫਿਰ ਉਸੇ ਲਾਈਨ 'ਤੇ ਦੁਬਾਰਾ ਖਿੱਚ ਕੇ ਲੈ ਆਉਂਦਾ। ਸੋ ਤੁਹਾਡੇ ਅਰਾਊਂਡ ਕਿਹੜੇ ਲੋਕ ਰਹਿੰਦੇ ਨੇ, ਉਹ ਤੁਹਾਨੂੰ ਕਿੱਦਾਂ ਦੀ ਚੀਜ਼ ਲਈ ਮੋਟੀਵੇਟ ਕਰਦੇ ਨੇ, ਇਹ ਬੜਾ ਫਰਕ ਪਾ ਦਿੰਦਾ। ਜੇ ਮੇਰੇ ਅਰਾਊਂਡ ਉੱਦਾਂ ਦੇ ਲੋਕ ਹੁੰਦੇ ਜਿਹੜੇ ਚਮਕ ਦਮਕ ਵੱਲ ਨੂੰ ਮੋਟੀਵੇਟ ਕਰਦੇ ਤਾਂ ਸ਼ਾਇਦ ਮੈਂ ਵੀ ਉਸੇ ਰਾਹ 'ਤੇ ਨਿਕਲ ਜਾਂਦਾ। ਪਰ ਉਹ ਫੈਮਿਲੀ ਦਾ ਪਿਛੋਕੜ ਉੱਦਾਂ ਦਾ ਸੀਗਾ, ਉਤੋਂ ਸੰਗੀ ਸਾਥੀ ਨਾਲ ਟੀਮ ਉੱਦਾਂ ਦੀ ਮਿਲੀ ਕਿ ਜਿਨ੍ਹਾਂ ਨੇ ਪੁੱਠੇ ਪਾਸੇ ਨੂੰ ਕਦੀ ਸਪੋਰਟ ਹੀ ਨਹੀਂ ਕੀਤਾ, ਹਮੇਸ਼ਾ ਹੀ ਕਿਹਾ ਕਿ ਨਹੀਂ, ਦਿਸ ਇਜ਼ ਬੀਰ ਸਿੰਘ ਐਂਡ ਤੁਹਾਨੂੰ ਇੱਦਾਂ ਹੀ ਬਿਹੇਵ ਕਰਨਾ ਚਾਹੀਦਾ, ਤੁਹਾਨੂੰ ਇੱਦਾਂ ਹੀ ਲਿਖਣਾ ਚਾਹੀਦਾ, ਇੱਦਾਂ ਗਾਉਣਾ ਚਾਹੀਦਾ। ਤਾਂ ਉਸ ਚੀਜ਼ ਨੇ ਮੈਨੂੰ ਹਮੇਸ਼ਾ ਮੋੜਿਆ ਪਿਛਾਂਹ। ਪਰ ਔਖਾ ਤਾਂ ਬਹੁਤ ਹੁੰਦਾ ਹੈ, ਮੀਂਹ ਪੈਂਦੇ ਦੇ ਵਿੱਚ ਵੀ ਆਪਣੇ ਕੱਪੜੇ ਗਿੱਲੇ ਨਾ ਹੋਣ ਦੇਣਾ ਔਖਾ ਹੁੰਦਾ ਹੈ। ਕਈ ਵਾਰੀ ਪ੍ਰੋਬਲਮਸ ਇੱਦਾਂ ਦੀਆਂ ਲਾਈਫ 'ਚ ਆ ਜਾਂਦੀਆਂ ਕਿ ਤੁਹਾਨੂੰ ਦਿਖਦਾ ਕਿ ਯਾਰ ਮੈਂ ਲਾਈਫ 'ਚ ਆ ਨਹੀਂ ਕਰ ਸਕਿਆ ਜਾਂ ਪੈਸੇ ਦੀ ਤੰਗੀ ਕਈ ਵਾਰੀ ਫੀਲ ਹੋਵੇ ਤਾਂ ਤੁਹਾਨੂੰ ਫੀਲ ਹੋ ਜਾਂਦਾ ਕਿ ਯਾਰ ਜੇ ਮੈਂ ਵੀ ਇੱਦਾਂ ਕਰ ਲੈਂਦਾ ਤੇ। ਪਰ ਸੱਚੀ ਗੱਲ ਹੈ ਕਿ ਮੈਨੂੰ ਨਾ ਪੈਸੇ ਦੀ ਕਮੀ ਫੀਲ ਹੋਣ ਦਿੱਤੀ ਮਹਾਰਾਜ ਨੇ ਕਦੀ, ਨਾ ਕਦੀ ਇਹ ਹੈ ਕਿ ਯਾਰ ਨਹੀਂ ਸਟਾਰਡਮ ਬਹੁਤ ਜ਼ਰੂਰੀ ਹੈ। ਮੈਂ ਜਿੱਥੇ ਹਾਂ, ਜਿੱਦਾਂ ਹਾਂ, ਜਿੰਨੇ 'ਚ ਹਾਂ, ਬਹੁਤ ਸੈਟਿਸਫਾਈਡ ਰਿਹਾ ਜੀ। ਹੋਣਾ ਵੀ ਚਾਹੀਦਾ, ਪਰ ਹਰ ਬੰਦਾ ਸ਼ਾਇਦ ਨਹੀਂ ਉਸ ਸਟੇਟ ਆਫ ਮਾਈਂਡ ਵਿੱਚ ਜਾ ਪਾਉਂਦਾ। ਜੀ। ਸੋ ਇੱਕ ਜਿਹੜਾ ਕਲਾਕਾਰ ਹੈ ਜਿਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਬਣਦੀ ਹੈ, ਜਿਨ੍ਹਾਂ ਨੇ ਤੁਹਾਡੀ ਜ਼ਿੰਦਗੀ 'ਚ ਬਹੁਤ ਤਬਦੀਲੀ ਲੈ ਕੇ ਆਉਂਦੀ, ਅਮਰਿੰਦਰ ਗਿੱਲ ਦਾ ਇੱਥੇ ਆਪਾਂ ਜ਼ਿਕਰ ਕਰਾਂਗੇ। ਸੋ ਉਹ ਇੰਟਰਵਿਊ ਨਹੀਂ ਕਰਦੇ ਜ਼ਿਆਦਾ, ਸੋ ਅਸੀਂ ਉਹਨਾਂ ਤੋਂ ਜਿਹੜੇ ਵੀ ਸਵਾਲ ਪੁੱਛਣੇ ਹੁੰਦੇ ਆ ਉਹ ਸਾਨੂੰ ਉਹਨਾਂ ਸਾਰੇ ਲੋਕਾਂ ਤੋਂ ਪੁੱਛਣੇ ਪੈਂਦੇ ਆ ਜਿਹੜੇ ਉਹਨਾਂ ਨੂੰ ਬਹੁਤ ਕਰੀਬੀ ਤੋਂ ਜਾਣਦੇ ਆ। ਸੋ ਤੁਸੀਂ ਆਪਣੇ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਬਾਰੇ ਦੱਸਿਆ ਵੀ ਇਹੋ ਜਿਹੇ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਤੁਹਾਨੂੰ ਉੱਪਰੋਂ ਨਹੀਂ ਅੰਦਰੋਂ ਵੀ ਪੜ੍ਹ ਲੈਂਦੇ ਆ, ਐਂਡ ਅਮਰਿੰਦਰ ਗਿੱਲ ਉਹਨਾਂ ਵਿੱਚੋਂ ਇੱਕ ਨੇ। ਤੁਹਾਨੂੰ ਇੱਦਾਂ ਕਿਉਂ ਲੱਗਦਾ? ਮੈਂ ਇੱਕ ਵਾਰੀ ਭਾਜੀ ਨੂੰ ਸਵਾਲ ਕੀਤਾ ਸੀਗਾ ਕਿ ਜੇ ਮੈਂ ਲਿਖਣਾ ਗਾਉਣਾ ਛੱਡ ਦੇਵਾਂ ਜਾਂ ਭੁੱਲ ਹੀ ਜਾਵਾਂ ਕਿ ਕਿੱਦਾਂ ਲਿਖੀਦਾ ਜਾਂ ਭੁੱਲ ਹੀ ਜਾਵਾਂ ਕਿੱਦਾਂ ਗਾਈਦਾ, ਤਾਂ ਕੀ ਫਿਰ ਵੀ ਤੁਸੀਂ ਮੈਨੂੰ ਇੰਨਾ ਹੀ ਪਿਆਰ ਕਰੋਗੇ? ਤਾਂ ਉਹਨਾਂ ਨੇ ਨਾ ਇੱਕੋ ਹੀ ਲਫ਼ਜ਼ 'ਚ ਕਿਹਾ ਵੀ ਕੀ ਕਮਲੀਆਂ ਮਾਰੀ ਜਾਂਦਾ, ਉਹਦੇ 'ਚ ਉਹਨਾਂ ਦਾ ਸਾਰਾ ਪਿਆਰ ਲੁਕਿਆ ਹੋਇਆ ਸੀ। ਸੋ ਉਸ ਚੀਜ਼ ਤੋਂ ਪਤਾ ਲੱਗਦਾ ਕਿ ਉਹ ਸਿਰਫ ਤੁਹਾਡੇ ਫਨ ਕਰਕੇ ਤੁਹਾਡੇ ਨਾਲ ਜੁੜਨ ਵਾਲੇ ਆਰਟਿਸਟ ਨਹੀਂ ਹੈ, ਉਹ ਤੁਹਾਡੇ ਨਾਲ ਤੁਹਾਡੇ ਹੋਣ ਕਰਕੇ, ਤੁਹਾਡੀ ਐਗਜ਼ਿਸਟੈਂਸ ਨਾਲ ਜੁੜਨ ਵਾਲੇ ਆਰਟਿਸਟ ਨੇ, ਕਿਸੇ ਮਤਲਬ ਕਰਕੇ ਜੁੜਨ ਵਾਲੇ ਨਹੀਂ। ਸੋ ਬਹੁਤ ਪਿਆਰ ਮਿਲਿਆ ਉਹਨਾਂ ਕੋਲੋਂ ਹਮੇਸ਼ਾ, ਐਂਡ ਵਾਹਿਗੁਰੂ ਮਿਹਰ ਰੱਖੇ ਕਿ ਸਾਡਾ ਪਿਆਰ ਜਿਹੜਾ ਉਹ ਇੱਦਾਂ ਹੀ ਬਣਿਆ ਰਹੇ। ਸੋ ਇਸ ਪਿਆਰ ਦੀ ਜਦੋਂ ਸ਼ੁਰੂਆਤ ਹੋਈ, ਜਦੋਂ ਉਹ ਪਹਿਲੀ ਪਲਾਂਗ ਤੁਸੀਂ ਪੱਟੀ, ਸੋ ਮੈਂ ਜਾਣਨਾ ਚਾਹਾਂਗਾ ਜੇ ਤੁਸੀਂ ਰੀਕਾਲ ਕਰ ਸਕੋ ਉਹ ਪਹਿਲੀ ਮੁਲਾਕਾਤ ਕਿੱਥੇ ਮਿਲੇ, ਕਿਵੇਂ ਮਿਲੇ? ਉਹ ਪਹਿਲੀ ਮੁਲਾਕਾਤ ਸਾਡੇ ਅੰਮ੍ਰਿਤਸਰ ਦੇ ਇੱਕ ਹੋਟਲ 'ਚ ਹੋਈ ਸੀਗੀ। ਅੰਗਰੇਜ਼ ਦਾ ਕੰਮ ਚੱਲ ਰਿਹਾ ਸੀਗਾ ਅਤੇ ਭਾਜੀ ਉੱਥੇ ਨਰੇਸ਼ਨ ਵਾਸਤੇ ਆਏ ਹੋਏ ਸੀਗੇ, ਤਾਂ ਉਦੋਂ ਸਾਡੀ ਮੁਲਾਕਾਤ ਉੱਥੇ ਹੋਟਲ 'ਚ ਹੀ ਹੋਈ ਸੀਗੀ। ਨਹੀਂ ਤਾਂ ਉਹਨਾਂ ਨੇ ਤੁਹਾਡਾ ਕੋਈ ਥੋੜ੍ਹਾ ਬਹੁਤ ਕੰਮ ਪਹਿਲਾਂ ਦੇਖਿਆ ਸੀ? ਭਾਜੀ ਨੇ ਨਾ ਬੜਾ ਸਰਪ੍ਰਾਈਜ਼ਿੰਗ ਜਿਹਾ ਸੀਗਾ ਮੇਰੇ ਵਾਸਤੇ। ਮੈਂ ਇੱਕ ਗੀਤ ਕੀਤਾ ਸੀਗਾ, ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ। ਇਹ ਮੇਰਾ ਪਹਿਲਾ ਗੀਤ ਸੀਗਾ ਜ਼ਿੰਦਗੀ ਦਾ, ਬਹੁਤ ਹੀ। ਔਰ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਮੇਰੀ ਇੱਕ ਭਾਜੜ ਸ਼ੁਰੂ ਹੋਈ ਕਿ ਕੋਈ ਵੱਡਾ ਮੇਰਾ ਗਾਣਾ ਸ਼ੇਅਰ ਕਰ ਦੇਵੇ ਤਾਂ ਸ਼ਾਇਦ ਥੋੜ੍ਹੇ ਵਿਊਜ਼ ਮੈਨੂੰ ਮਿਲ ਜਾਣ, ਹੈ ਨਾ। ਤਾਂ ਉਹ ਜਦੋਂ ਮੈਂ ਕੋਸ਼ਿਸ਼ ਕਰ ਰਿਹਾ ਸੀਗਾ, ਸਡਨਲੀ ਮੈਨੂੰ ਕਿਸੇ ਨੇ ਦੱਸਿਆ ਕਿ ਅਮਰਿੰਦਰ ਗਿੱਲ ਭਾਜੀ ਨੇ ਗਾਣਾ ਸ਼ੇਅਰ ਕਰ ਦਿੱਤਾ। ਹੁਣ ਉਹਨਾਂ ਤੱਕ ਆਵਾਜ਼ ਪਹੁੰਚਾਉਣੀ ਉਸ ਵੇਲੇ ਮੇਰੇ ਲਈ ਬਹੁਤ ਮੁਸ਼ਕਿਲ ਸੀਗੀ, ਬਟ
ਪਤਾ ਨਹੀਂ ਕਿੱਥੋਂ ਭਾਜੀ ਦੇ ਦਿਮਾਗ 'ਚੋਂ ਚੀਜ਼ ਆਈ, ਕਿੱਥੋਂ ਗਾਣਾ ਭਾਜੀ ਤੱਕ ਪਹੁੰਚਿਆ। ਭਾਜੀ ਨੇ ਸੁਣਿਆ, ਭਾਜੀ ਨੇ ਜਦੋਂ ਮੈਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਬਸ ਮੈਨੂੰ ਚੰਗਾ ਲੱਗਾ ਸੀ ਯਾਰ, ਕਿ ਯਾਰ ਕਿੰਨਾ ਸੋਹਣਾ ਗਾਉਂਦਾ ਮੁੰਡਾ ਤੇ ਆਪਣੇ ਅੰਮ੍ਰਿਤਸਰ ਦਾ ਮੁੰਡਾ, ਤਾਂ ਸ਼ੇਅਰ ਕਰਨਾ ਬਣਦਾ। ਤਾਂ ਭਾਜੀ ਨੇ ਉਹ ਗਾਣਾ ਸ਼ੇਅਰ ਕਰ ਦਿੱਤਾ ਸੀਗਾ। ਹੋ ਜਾਏ ਥੋੜਾ ਜਿਹਾ ਉਹ ਗੀਤ। ਜ਼ਰੂਰ ਜੀ। ਦੀਦ ਤੇਰੀ ਨੂੰ ਚੰਨਾ ਤਰਸਣ ਨੈਣ ਵੇ, ਰੁਕਦੇ ਨਾ ਹੁਣ ਤਾਏ ਪਲ ਪਲ ਵੈਣ ਵੇ, ਚੰਦਰਾਏ ਦਿਲ ਮੇਰਾ ਕਿਤੇ ਨਾ ਖਲੋਏ, ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ, ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ, ਆ ਮਿਲ ਚੰਨਾ ਕਦੀ ਤਾਰਿਆਂ ਦੀ ਲੋਏ। ਥੈਂਕ ਯੂ। ਬਹੁਤ ਹੀ ਤੁਹਾਡਾ ਮਤਲਬ ਤੁਹਾਡੇ ਗੀਤ ਪਤਾ ਨਹੀਂ ਜਦੋਂ ਵੀ ਮੈਂ ਸੁਣਨਾ ਤੇ ਅੱਖਾਂ ਆਪਣੇ ਆਪ ਗਿੱਲੀਆਂ ਹੋ ਜਾਂਦੀਆਂ। ਥੈਂਕ ਯੂ ਵੀਰ। ਬਹੁਤ ਹੀ ਮਾਹੌਲ ਬਣਾ ਦਿੰਦੇ ਆ ਉੱਦਾਂ ਦਾ। ਥੈਂਕ ਯੂ ਜੀ। ਸੋ ਜੇ ਗੀਤਾਂ ਦੀ ਗੱਲ ਕਰੀਏ, ਅੱਜ ਦੀ ਗੀਤਕਾਰੀ ਦੀ ਗੱਲ ਕਰੀਏ, ਤੇ ਇਹ ਗੱਲ ਕਿਸੇ ਤੋਂ ਨਹੀਂ ਛੁਪੀ ਵੀ ਅੱਜ ਗੀਤਕਾਰੀ ਦਾ ਪੱਧਰ ਬਹੁਤ ਥੱਲੇ ਜਾ ਚੁੱਕਿਆ ਹੈ। ਅਸੀਂ ਆਪਣੇ ਕੰਨਾਂ ਵਿੱਚ ਉਹ ਹਰ ਚੀਜ਼ ਪਾ ਰਹੇ ਹਾਂ ਜਿਹੜੀ ਸ਼ਾਇਦ ਸਾਡੀ ਮਾਨਸਿਕ ਸਿਹਤ ਲਈ ਹਾਨੀਕਾਰਕ ਹੈ ਜੀ। ਸੋ ਇਸ ਦਾ ਸਭ ਤੋਂ ਵੱਡਾ ਜ਼ਿੰਮੇਦਾਰ ਤੁਸੀਂ ਕਿਹਨੂੰ ਮੰਨਦੇ ਹੋ? ਦੇਖੋ, ਇਹ 'ਚ ਨਾ ਇੱਕ ਜ਼ਿੰਮੇਵਾਰੀ ਇਹ ਸਾਂਝੀ ਜਿਹੀ ਹੈ। ਨਾ ਤਾਂ ਪ੍ਰੋਪਰਲੀ ਤੁਸੀਂ ਆਰਟਿਸਟ ਨੂੰ ਕਸੂਰਵਾਰ ਠਹਿਰਾ ਸਕਦੇ ਹੋ, ਨਾ ਆਡੀਅנס ਨੂੰ ਠਹਿਰਾ ਸਕਦੇ ਹੋ। ਤੁਸੀਂ ਇਹ ਦੇਖੋ ਕਿ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਰਟਿਸਟ ਹੁੰਦੇ ਸੀਗੇ ਤਾਂ ਉਹਨਾਂ ਨੂੰ ਜਿਹੜੇ ਕਿਸੇ ਵੀ ਰਾਜੇ ਦਾ ਰਾਜ ਹੈ ਉਹ ਆਪਣੇ ਰਤਨ ਰੱਖਦਾ ਸੀਗਾ। ਜਿੱਦਾਂ ਜੇ ਆਪਾਂ ਤਾਨਸੇਨ ਜੀ ਦੀ ਗੱਲ ਕਰੀਏ ਤਾਂ ਉਹ ਅਕਬਰ ਦੇ ਕੋਰਟ ਦੇ ਸਿੰਗਰ ਸੀਗੇ, ਤਾਂ ਉਹਨਾਂ ਦੀ ਤਨਖਾਹ ਜਾਂ ਉਹਨਾਂ ਦੀ ਲਾਈਫ ਨੂੰ ਤੋਰਨ ਵਾਸਤੇ ਜੋ ਬਣਦਾ ਖਰਚਾ ਚਾਹੀਦਾ ਸੀ, ਜੋ ਬਣਦਾ ਸਨਮਾਨ ਚਾਹੀਦਾ ਸੀਗਾ, ਜੋ ਬਣਦੇ ਰੈਂਕ ਚਾਹੀਦੇ ਸੀਗੇ, ਜੋ ਉਸ ਵੇਲੇ ਦੀਆਂ ਸੁੱਖ ਸਹੂਲਤਾਂ ਸੀਗੀਆਂ, ਉਹ ਸਾਰਾ ਕੁਝ ਪ੍ਰੋਵਾਈਡਡ ਹੁੰਦਾ ਸੀਗਾ। ਉਹਨਾਂ ਦੇ ਉੱਤੇ ਇਹ ਤਲਵਾਰ ਨਹੀਂ ਲਟਕਦੀ ਸੀ ਕਿ ਆਹ ਗਾਣੇ ਤੋਂ ਜੇ ਆਹ ਰਿਲੀਜ਼ ਕਰਾਂਗੇ ਤੇ ਆਹ ਪੈਸਾ ਬਣੂਗਾ, ਆਹ ਰਿਲੀਜ਼ ਕਰਾਂਗੇ ਤੇ ਆਹ, ਹੈ ਨਾ। ਉਹ ਆਰਟਿਸਟ ਆਪਣੇ ਆਪ 'ਚ ਫ੍ਰੀ ਸੀਗੇ। ਦੂਸਰੀ ਗੱਲ ਇਹ ਕਿ ਅੱਜ ਕਹਿਣ ਨੂੰ ਤਾਂ ਅਸੀਂ ਡੈਮੋਕ੍ਰੇਸੀ ਦੇ ਵਿੱਚ ਬੈਠੇ ਹਾਂ, ਪਰ ਆਰਟਿਸਟ ਖੁੱਲ੍ਹ ਕੇ ਬੋਲ ਨਹੀਂ ਸਕਦਾ। ਇਹ ਇਸ ਵੇਲੇ ਦੇ ਸਮਾਜ ਦੀ ਬੜੀ ਕੌੜੀ ਸੱਚਾਈ ਹੈ। ਕਿਉਂਕਿ ਹੋ ਸਕਦਾ ਕਿ ਕਈ ਵਾਰੀ ਲੋਕੀ ਪੁੱਛਦੇ ਕਿ ਗਵਰਨਮੈਂਟ ਤਾਂ ਡੈਮੋਕ੍ਰੇਸੀ ਦਿੰਦੀ ਹੈ ਜਾਂ ਕਿੱਦਾਂ। ਗਵਰਨਮੈਂਟ ਦਾ ਵੀ ਇੱਕ ਡਰ ਤਾਂ ਹੈ, ਲੋਕਾਂ ਦਾ ਵੀ ਬਹੁਤ ਡਰ ਬਣਿਆ ਹੋਇਆ ਇਸ ਵੇਲੇ ਕਿ ਤੁਸੀਂ ਜੇ ਆਪਣਾ ਥਾਟ ਖੋਲ੍ਹ ਕੇ ਰੱਖਦੇ ਹੋ ਤਾਂ ਤੁਹਾਡੀ ਆਪੋਜੀਸ਼ਨ ਬਹੁਤ ਵੱਡੇ ਲੈਵਲ 'ਤੇ ਤੁਹਾਨੂੰ ਸਾਹਮਣਾ ਕਰਨਾ ਪੈ ਜਾਂਦਾ। ਕਈ ਵਾਰੀ ਥਾਟ ਤੁਸੀਂ ਕਿਸੇ ਹੋਰ ਵੇਗ 'ਚ ਕਿਹਾ ਹੁੰਦਾ, ਸਮਝਿਆ ਕਿਸੇ ਹੋਰ 'ਚ ਜਾਂਦਾ। ਜਦੋਂ ਉਸ ਸਮੇਂ ਤੋਂ ਬਾਅਦ 'ਚ ਜੇ ਅੱਗੇ ਆਉਂਦੇ, ਜਦੋਂ ਕਿੱਤਿਆਂ ਦੇ ਨਾਲ ਉਹ ਚੀਜ਼ ਮਿਕਸਅਪ ਹੋ ਗਈ ਕਿ ਤੁਸੀਂ ਉਸੇ ਚੀਜ਼ 'ਚੋਂ ਰੋਟੀ ਵੀ ਕੱਢਣੀ ਹੈ ਅਤੇ ਉਸੇ ਚੀਜ਼ 'ਚ ਤੁਹਾਡਾ ਆਰਟ ਵੀ ਹੈ, ਤੁਹਾਡੀ ਪਿਓਰਿਟੀ ਵੀ ਹੈ, ਤਾਂ ਉਹਦੇ 'ਚ ਨਾ ਜਿੱਦਾਂ ਪੋਲਿਊਸ਼ਨ ਹੋਣੀ ਸ਼ੁਰੂ ਹੋ ਗਈ। ਉਹ ਹੁਣ ਆਰਟਿਸਟ ਨੂੰ ਵੀ ਇਹ ਹੁੰਦਾ ਕਿ ਯਾਰ ਲੋਕ ਕੀ ਸੁਣ ਰਹੇ ਨੇ ਜਾਂ ਲੋਕ ਕੀ ਸੁਣਨਾ ਚਾਹੁੰਦੇ ਨੇ। ਅਤੇ ਮੈਜੋਰਿਟੀ ਹਮੇਸ਼ਾ ਤੁਸੀਂ ਕਹਿ ਲਓ ਕਿ ਸਿਆਣੇ ਮਿਨੋਰਿਟੀ 'ਚ ਹੁੰਦੇ। ਮੈਂ ਪੁੱਠਾ ਜੇ ਵਰਡ ਵਰਤਾਂ ਤਾਂ ਸਿਆਣੇ ਲੋਕ ਹਮੇਸ਼ਾ ਮਿਨੋਰਿਟੀ 'ਚ ਹੁੰਦੇ ਨੇ। ਤਾਂ ਮੈਜੋਰਿਟੀ ਨੂੰ ਸੁਣ ਕੇ, ਮੈਜੋਰਿਟੀ ਦੀ ਸਲਾਹ ਦੇ ਮੁਤਾਬਿਕ ਜਦੋਂ ਗੀਤ ਬਣਨਗੇ ਤਾਂ ਉਹ ਮਿਆਰੀ ਪੱਧਰ ਤੋਂ ਠਾਂ ਦੇ ਬਣਨਗੇ। ਸੋ ਇਸ ਕਰਕੇ ਉਹ ਗੀਤਕਾਰਾਂ ਨੂੰ ਆਪਣੀ ਰੋਟੀ ਦਾ ਵੀ ਉਹ ਫਿਕਰ ਸੀਗਾ। ਜੇ ਆਡੀਅנס ਚੰਗਾ ਸੁਣਦੀ ਹੁੰਦੀ ਤਾਂ ਸ਼ਾਇਦ ਹੋ ਸਕਦਾ ਕਿ ਲੋਕ ਵੀ ਚੰਗਾ ਕ੍ਰੀਏਟ ਕਰਨ ਵਾਲੇ ਪਾਸੇ ਜ਼ਿਆਦਾ ਆਉਂਦੇ, ਆਰਟਿਸਟ ਵੀ ਚੰਗਾ ਕ੍ਰੀਏਟ ਕਰਨ ਵਾਲੇ ਪਾਸੇ ਜ਼ਿਆਦਾ ਆਉਂਦੇ। ਪਰ ਤੁਸੀਂ ਇਹ ਦੇਖੋ ਕਿ ਮੈਜੋਰਿਟੀ ਦੇ ਵਿੱਚ ਲੋਕ ਜਿਹੜੇ ਨੇ ਉਹ ਚੰਗਾ ਸੁਣਨਾ ਨਹੀਂ ਚਾਹੁੰਦੇ। ਇਸੇ ਕਰਕੇ ਮੈਜੋਰਿਟੀ ਦੇ ਵਿੱਚ ਉਸ ਗੀਤਕਾਰ ਨੇ ਜਿਹੜੇ ਉੱਦਾਂ ਦਾ ਲਿਖ ਕੇ ਦੇ ਰਹੇ ਨੇ, ਅਤੇ ਜਿਹੜੇ ਠੀਕ ਲਿਖ ਰਹੇ ਨੇ ਉਹ ਮਿਨੋਰਿਟੀ ਦੇ ਵਿੱਚ ਨੇ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਸਰਵਾਈਵਲ ਦੀ ਵੀ ਲੜਾਈ ਹੈ, ਸੋ ਕਈ ਵਾਰ ਗੀਤਕਾਰਾਂ ਦਾ ਸਰਵਾਈਵਲ ਪੂਰਾ ਹੋ ਜਾਂਦਾ ਹੈ, ਲਗਜ਼ਰੀ ਵੀ ਆ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ ਹੈ, ਤਾਂ ਵੀ ਆਪਾਂ ਉਸੇ ਚੀਜ਼ ਨੂੰ ਕੰਟੀਨਿਊ ਕਰਨੇ ਹਾਂ। ਇਹ ਤਾਂ ਫਿਰ ਗਲਤੀ ਹੈ ਨਾ। ਪਰ ਇੱਦਾਂ ਹੋ ਰਿਹਾ, ਤੁਹਾਨੂੰ ਸਮਝ ਵੀ ਲੱਗ ਗਈ ਹੈ, ਤੁਹਾਡੀਆਂ ਭੁੱਖਾਂ ਵੀ ਮੁੱਕ ਚੁੱਕੀਆਂ ਨੇ। ਭੁੱਖ ਤਾਂ ਜਿੰਨੀ ਮਰਜ਼ੀ ਵਧਾ ਲਓ ਵੀਰ ਜੀ, ਇਹ ਤਾਂ ਮੁੱਕ ਤਾਂ ਸਕਦੀ ਨਹੀਂ। ਸੋ ਇਹ ਤਾਂ ਤੁਹਾਨੂੰ ਆਪਣੇ ਆਪ ਨਾਲ ਤੈਅ ਕਰਨਾ ਪੈਂਦਾ ਕਿ ਤੁਹਾਡਾ ਬੇਸਿਕ ਨੈਸੈਸਿਟੀ ਤੁਹਾਡੀ ਕਿੱਥੋਂ ਤੱਕ ਹੈ ਨਾ। ਰੋਟੀ ਤਾਂ ਰੋਟੀ ਹੈ। ਤੁਸੀਂ ਅੱਜ ਆਖੋ ਵੀ ਨਹੀਂ ਹੁਣ ਮੈਨੂੰ ਰੋਟੀ ਤੋਂ ਸੋਨੇ ਦੇ ਵਰਕ ਵੀ ਚਾਹੀਦੇ ਨੇ, ਤਾਂ ਉਹ ਤਾਂ ਫਿਰ ਕਦੀ ਮੁੱਕ ਨਹੀਂ ਸਕਦੀ ਨਾ ਉਹ ਚੀਜ਼। ਹੁਣ ਜੇ ਆਪਾਂ ਗੀਤਕਾਰੀ ਦੀ ਗੱਲ ਛੇੜੀ ਹੈ, ਤੇ ਅੱਜ ਦੇ ਜਿਹੜੇ ਨਵੇਂ ਪੂਰ ਦੇ ਜ਼ਿਆਦਾਤਰ ਗੀਤਕਾਰ, ਮੈਂ ਇਹ ਨਹੀਂ ਕਹਿੰਦਾ ਸਾਰੇ, ਬਟ ਜ਼ਿਆਦਾਤਰ ਗੀਤਕਾਰ ਨੇ, ਉਹਨਾਂ ਵਿੱਚ ਤੁਹਾਨੂੰ ਲੱਗਦਾ ਹੈ ਵੀ ਥੋੜ੍ਹੀ ਅਵੇਅਰਨੈਸ ਦੀ ਕਮੀ ਹੈ? ਡਿਗਰੀਆਂ ਭਾਵੇਂ ਹੋਣਗੀਆਂ, ਪਰ ਇੱਕ ਬੇਸਿਕ ਅੰਡਰਸਟੈਂਡਿੰਗ ਆਫ ਹਿਊਮਨ ਸਾਈਕੀ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਫਿਰ ਸਮਾਜ ਦੇ ਪ੍ਰਤੀ ਸਾਡੀ ਕੀ ਜ਼ਿੰਮੇਵਾਰੀ, ਉਹ ਨਹੀਂ ਸਮਝਦੇ। ਕਈ ਨਵੇਂ ਵੀਰ ਬਹੁਤ ਸੋਹਣਾ ਕੰਮ ਕਰ ਰਹੇ ਨੇ। ਫੋਰ ਐਗਜ਼ਾਮਪਲ ਹਰਮਨ ਭਾਜੀ, ਚਲੋ ਹੈ ਤਾਂ ਸਾਡੇ ਹਾਣ ਦੇ ਹੀ ਨੇ ਪਰ ਸਮਕਾਲੀ ਨੇ, ਮੈਂ ਤਾਂ ਉਹਨਾਂ ਦਾ ਨਾਂ ਲੈ ਰਿਹਾ। ਹੈਪੀ ਰਾਏ ਕੋਟੀ ਭਾਜੀ ਦਾ ਮੈਨੂੰ ਬਹੁਤ ਪਸੰਦ ਆਉਂਦਾ। ਵੀਤ ਬਲਜੀਤ ਭਾਜੀ ਦੇ ਕਈ ਗਾਣੇ ਮੈਨੂੰ ਬਹੁਤ ਪਸੰਦ ਨੇ।
ਜਾਨੀ ਵੀਰ ਦੇ ਵੀ ਕਈ ਗਾਣੇ ਮੈਨੂੰ ਬਹੁਤ ਪਸੰਦ ਨੇ, ਹੈ ਨਾ। ਸੋ ਇਹ ਨਹੀਂ ਕਿ ਸਿਰਫ ਮਾੜਾ ਮਾੜਾ ਹੀ ਹੋ ਰਿਹਾ, ਚੰਗਾ ਵੀ ਬਹੁਤ ਕੁਝ ਹੈਗਾ, ਬਟ ਕਈ ਵਾਰੀ ਕੀ ਹੁੰਦਾ ਕਿ ਪਪੂਲੈਰਿਟੀ ਉਹਨਾਂ ਗਾਣਿਆਂ ਨੂੰ ਜ਼ਿਆਦਾ ਮਿਲਦੀ ਹੈ ਕਿ ਜਿਹੜੇ ਖਾਸ ਕਰਕੇ ਅਰਾਊਂਡ ਦਾ ਈਗੋ ਹੁੰਦੇ ਨੇ ਵੀ ਤੇਰਾ ਯਾਰ ਇੱਦਾਂ, ਤੇਰਾ ਯਾਰ ਇੱਦਾਂ, ਜਾਂ ਮੈਂ ਐਂ ਕਰ ਸਕਦਾ ਜਾਂ ਮੈਂ ਉਹ ਕਰ ਸਕਦਾ। ਅਰਾਊਂਡ ਦਾ ਈਗੋ ਜਿਹੜੇ ਗਾਣੇ ਨੇ ਉਹਨਾਂ ਦੀ ਪਪੂਲੈਰਿਟੀ ਜ਼ਿਆਦਾ ਹੋਣ ਕਰਕੇ ਉਹ ਮੈਨੂੰ ਲੱਗਦਾ ਨਹੀਂ ਕਿ ਸਮਾਜ ਨੂੰ ਕੁਝ ਚੰਗਾ ਸਰਵ ਕਰਦੇ ਨੇ। ਉਹ ਇੱਕ ਤੁਹਾਡਾ ਨਾ ਨੈਗੇਟਿਵ ਜਿਹਾ ਐਟੀਟਿਊਡ ਬਣਾ ਦਿੰਦੇ ਨੇ ਔਰ ਉਹ ਤੰਗ ਕਰਦਾ ਬਾਅਦ ਚੋਂ। ਐਂਡ ਆਈ ਥਿੰਕ ਜਿਵੇਂ ਤੁਸੀਂ ਪਪੂਲੈਰਿਟੀ ਦੀ ਗੱਲ ਕੀਤੀ ਕਿ ਉੱਦਾਂ ਦੇ ਗੀਤ ਚਰਚਾ 'ਚ ਜ਼ਿਆਦਾ ਹੁੰਦੇ ਆ ਜੀ, ਤੇ ਜਿਵੇਂ ਨੈਸ਼ਨਲ ਲੈਵਲ ਤੇ ਵੀ ਆਪਾਂ ਦੇਖਿਆ ਕਿ ਕਿਉਂਕਿ ਉਹ ਗੀਤ ਚਰਚਾ 'ਚ ਜ਼ਿਆਦਾ ਹੁੰਦੇ ਆ, ਸੋ ਇੱਕ ਪੰਜਾਬੀ ਸੰਗੀਤ ਦੀ ਵੀ ਉੱਦਾਂ ਦੀ ਇਮੇਜ ਬਣਾਉਂਦੀ ਕਿ ਪੰਜਾਬੀ ਗਾਣੇ ਇੱਦਾਂ ਦੇ ਹੀ ਹੁੰਦੇ ਆ, ਪਰ ਉਹਨਾਂ ਨੂੰ ਨਹੀਂ ਪਤਾ ਵੀ ਇੱਥੇ ਪੀਰ ਸਿੰਘ, ਸਤਿੰਦਰ ਸਰਤਾਜ ਵਰਗੇ, ਹਰਮਨ ਰਾਣੀ ਤੱਤ ਉਹਨਾਂ ਦੇ ਉਸ ਤਰੀਕੇ ਦੇ ਕਲਾਕਾਰ ਵੀ ਹੈ, ਪਰ ਉਹ ਸ਼ਾਇਦ ਉਹਨਾਂ ਤੱਕ ਨਹੀਂ ਪਹੁੰਚ ਪਾਉਂਦੇ। ਜੀ, ਇਹ ਗੱਲ ਹੈਗੀ ਹੈ, ਜਿਹਦੇ ਕਾਰਨ ਇਮੇਜ ਕੰਪਰੋਮਾਈਜ਼ ਹੁੰਦੀ ਹੈ। ਜਿੱਦਾਂ ਹੁਣ ਮੈਂ ਤੁਹਾਨੂੰ ਪੁੱਛਾਂ ਨਾ ਕਿ ਪੰਜਾਬ ਦਾ ਫੋਕ ਕਿੱਦਾਂ ਦਾ, ਤਾਂ ਸਾਰੇ ਕਹਿਣਗੇ ਕਿ ਹਾਂਜੀ ਜੀ ਹਿੱਕ ਦੇ ਜ਼ੋਰ ਤੇ ਗਾਉਣ ਵਾਲਾ ਫੋਕ ਹੈ, ਪਰ ਮੈਂ ਤੁਹਾਨੂੰ ਕਿੰਨੀਆਂ ਐਗਜ਼ਾਮਪਲਸ ਦੇ ਦੂੰਗਾ ਕਿ ਜਿਹੜੇ ਪੰਜਾਬ ਦੇ ਪੁਰਾਣੇ ਫੋਕ ਆਰਟਿਸਟ ਸੀਗੇ ਉਹ ਕਿੰਨਾ ਮਿੱਠਾ ਤੇ ਕਿੰਨਾ ਮਤਲਬ ਰਾਗ ਦੇ ਲਾਗੇ ਗਾਉਂਦੇ ਸੀਗੇ, ਕਲਾਸੀਕਲ ਦੇ ਬੜਾ ਲਾਗੇ ਸੀਗਾ। ਕਈ ਵਾਰੀ ਕਈ ਕੰਪੋਜੀਸ਼ਨਸ ਇੱਦਾਂ ਦੀਆਂ ਲੱਭਦੀਆਂ ਕਿ ਐਂ ਲੱਗਦਾ ਕਿ ਯਾਰ ਇਹ ਕਲਾਸੀਕਲ ਵਾਲੇ ਬੰਦੇ ਵੀ ਗਾ ਨਹੀਂ ਪਾਉਣਗੇ, ਇੱਦਾਂ ਦੀਆਂ ਕੰਪੋਜੀਸ਼ਨਸ ਨੇ, ਪਰ ਉਹ ਅੱਜ ਦੇ ਸਮੇਂ ਦੇ ਵਿੱਚ ਉਹ ਸਾਰਾ ਖਤਮ ਹੀ ਹੁੰਦਾ ਜਾ ਰਿਹਾ। ਉਦੋਂ ਤੁਸੀਂ ਗੀਤਕਾਰੀ ਦੀ ਆਪਾਂ ਗੱਲ ਕਰ ਰਹੇ ਹਾਂ, ਜਿਵੇਂ ਤੁਸੀਂ ਮੈਂ ਕਿਤੇ ਤੁਹਾਨੂੰ ਕਹਿੰਦੇ ਹੋਏ ਸੁਣਿਆ ਕਿ ਤੁਸੀਂ ਮਹਿਫਲਾਂ 'ਚ ਜਾਂ ਪਾਰਟੀਜ਼ ਦੇ ਵਿੱਚ ਜਾਣ ਦੇ ਉਨੇ ਸ਼ੌਕੀਨ ਨਹੀਂ ਹੈਗੇ ਜੀ, ਇਕੱਲੇ ਰਹਿਣਾ ਜ਼ਿਆਦਾ ਪਸੰਦ ਕਰਦੇ ਹੋ। ਜੀ, ਸੋ ਇੱਕ ਗੀਤਕਾਰ ਬਣਨ ਲਈ ਉਹ ਕਿੰਨਾ ਕੁ ਜ਼ਰੂਰੀ ਹੈ ਇਕਾਂਤ ਵਿੱਚ ਰਹਿਣਾ ਜਾਂ ਆਪਣੇ ਆਪ ਨਾਲ ਰਹਿਣਾ, ਕਿਉਂਕਿ ਸ਼ਾਇਦ ਦਿਮਾਗ ਦੇ ਘੋੜੇ ਉਹਦੀ ਦੌੜਦੇ ਆ। ਜ਼ਰੂਰੀ ਨਹੀਂ ਹੁੰਦਾ ਕਿ ਇਕਾਂਤ ਦਾ ਮਤਲਬ ਸਿਰਫ ਇਹ ਹੀ ਹੈ ਕਿ ਤੁਸੀਂ ਤੁਹਾਡੇ ਰਾਊਂਡ ਕੋਈ ਨਾ ਹੋਵੇ। ਇਕਾਂਤ ਮਹਿਫਿਲ ਦੇ ਵਿੱਚ ਬੈਠਿਆਂ ਵੀ ਮਿਲ ਸਕਦੀ ਹੈ, ਗੱਲ ਇਹ ਕਿ ਤੁਹਾਡੀ ਸੁਰਤ ਟਿਕ ਜੇ। ਥਾਟ ਨੂੰ ਫੜਨ ਦੀ ਇਕਾਂਤ ਜਿਹੜੀ ਹੈ ਨਾ ਉਹ ਚਾਹੀਦੀ ਹੁੰਦੀ ਕਿ ਤੁਹਾਡਾ ਮਾਈਂਡ ਡੇਵੀਏਟ ਨਾ ਹੋ ਰਿਹਾ। ਇਕਾਂਤ 'ਚ ਬਹਿ ਕੇ ਵੀ ਜੇ ਮੈਂ ਫਿਕਰਾਂ ਦੇ ਵਿੱਚ ਬੈਠਾ ਹੋਇਆ ਤਾਂ ਫਿਰ ਉਸ ਇਕਾਂਤ 'ਚੋਂ ਕੋਈ ਗਾਣਾ ਨਹੀਂ ਨਿਕਲ ਸਕਦਾ, ਕੋਈ ਗੀਤ ਨਹੀਂ ਨਿਕਲ ਸਕਦਾ। ਗੀਤ ਆਬਜ਼ਰਵੇਸ਼ਨ 'ਚੋਂ ਨਿਕਲਦਾ। ਹੁਣ ਇੱਕ ਸਾਡਾ ਗੀਤ ਹੈ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਾਇਦ ਉਹ ਕਰਾਂਗੇ ਰਿਲੀਜ਼ ਛੇਤੀ। ਉਹ ਗੀਤ ਹੁਣ ਪਾਰਟੀ ਦੇ ਵਿੱਚ ਬੈਠ ਕੇ ਨਿਕਲਿਆ ਸੀਗਾ। ਹੁਣ ਉਸ ਪਾਰਟੀ ਦੇ ਵਿੱਚ ਉਹ ਜਿੱਦਾਂ ਦਾ ਮਾਹੌਲ ਬਣਿਆ ਹੋਇਆ ਸੀ, ਮੇਰਾ ਦਿਲ ਭੱਜੂ ਕਰ ਰਿਹਾ ਸੀ। ਉਹ ਮੇਰੇ ਮਨ ਦੇ ਵਿੱਚ ਖਿਆਲ ਹੀ ਆ ਰਿਹਾ ਸੀਗਾ ਕਿ ਯਾਰ ਜੇ ਮੈਂ ਪਿੰਡ ਬੈਠਾ ਹੁੰਦਾ ਤਾਂ ਮੈਂ ਕੀ ਕਰਦਾ ਹੁੰਦਾ ਇਸ ਵੇਲੇ। ਤਾਂ ਉਹ ਉਸ ਪਾਰਟੀ ਦਾ ਤੇ ਮੇਰੇ ਪਿੰਡ ਦੇ ਉਸ ਦਾਇਰੇ ਦਾ ਕੰਪੈਰੀਜ਼ਨ ਹੈ ਨਾ। ਸੋ ਆਬਜ਼ਰਵੇਸ਼ਨ ਦੀ ਖੇਡ ਹੈ। ਜੇ ਇਕੱਲੇ ਬੈਠ ਕੇ ਵੀ ਆਬਜ਼ਰਵੇਸ਼ਨ ਕਿਤੇ ਹੋਰ ਗਈ ਹੋਈ ਹੈ ਤੇ ਗਾਣਾ ਨਹੀਂ ਬਣੂਗਾ। ਐਂਡ ਆਈ ਥਿੰਕ ਗੀਤਾਂ 'ਚ ਵੈਰਾਈਟੀ ਵੀ ਇੱਦਾਂ ਹੀ ਆਉਂਦੀ ਜਦੋਂ ਬੰਦਾ ਵੱਖ-ਵੱਖ ਤਰੀਕੇ ਦੇ ਮਾਹੌਲਾਂ ਦੇ ਵਿੱਚ ਜਾ ਕੇ ਵਿਚਰਦਾ, ਫਿਰ ਉਹਦੇ ਗੀਤ ਵੀ ਵੱਖਰੇ। ਮੈਂ ਹਮੇਸ਼ਾ ਇਹ ਸਮਝਦਾ ਕਿ ਦੇਖੋ ਤੁਸੀਂ ਜ਼ਿੰਦਗੀ 'ਚ ਰੋਜ਼ ਹੱਸਦੇ ਨਹੀਂ ਹੋ, ਰੋਜ਼ ਰੋਂਦੇ ਵੀ ਨਹੀਂ ਹੋ, ਰੋਜ਼ ਤੁਹਾਡਾ ਮੂਡ ਘੁੰਮਣ ਦਾ ਨਹੀਂ ਹੁੰਦਾ, ਰੋਜ਼ ਤੁਹਾਡਾ ਮੂਡ ਸ਼ਾਇਦ ਕਿੰਨੇ ਤਰ੍ਹਾਂ ਦੇ ਮੂਡਸ ਆ ਜਿਹੜੇ ਆਪਾਂ ਹੰਡਾਉਂਦੇ ਆ। ਸੋ ਇੱਦਾਂ ਹੀ ਗੀਤ ਆ, ਤੁਸੀਂ ਜਿਹੜੇ ਮੂਡ ਦੇ ਵਿੱਚ ਹੋ ਉਹਦਾ ਐਕਸਪ੍ਰੈਸ਼ਨ ਉਹ ਗੀਤ ਹੋਣਾ ਚਾਹੀਦਾ। ਜੇ ਤੁਸੀਂ ਇਸ ਵੇਲੇ ਕਿਸੇ ਵੱਲ ਅਟਰੈਕਟਿਡ ਫੀਲ ਕਰ ਰਹੇ ਹੋ, ਕੋਈ ਅਟਰੈਕਸ਼ਨ ਦਿਸੀ ਹੈ ਤੁਹਾਨੂੰ, ਤਾਂ ਉਹਨੂੰ ਆਪਣੀ ਜ਼ੁਬਾਨ ਦੇਣੀ ਸ਼ੁਰੂ ਕਰੋ। ਜੇ ਤੁਸੀਂ ਲੋ ਫੀਲ ਕਰ ਰਹੇ ਹੋ ਤਾਂ ਉਹਨੂੰ ਵੀ ਜ਼ੁਬਾਨ। ਹੁਣ ਸਾਡਾ ਗਾਣਾ ਸੀ ਦਿਸ਼ਾਹੀਣ ਪਰਿੰਦੇ, ਉਹ ਇੱਦਾਂ ਹੀ ਸੀਗਾ ਕਿ ਜਦੋਂ ਮੈਨੂੰ ਲੱਗਿਆ ਕਿ ਯਾਰ ਮੈਂ ਕਿੱਧਰ ਨੂੰ ਕੀ ਬਣ ਰਿਹਾ ਜਾਂ ਮੈਨੂੰ ਦਿਸ਼ਾ ਨਹੀਂ ਦਿਸ ਰਹੀ, ਤਾਂ ਉਸ ਭਟਕਣਾ ਦਾ ਉਹ ਗੀਤ ਹੈ। ਪਰ ਜੋ ਵੀ ਉਹ ਫੀਲਿੰਗ ਤੁਸੀਂ ਉਸ ਵੇਲੇ ਮਹਿਸੂਸ ਕਰ ਰਹੇ ਹੋ, ਜਿਹਦੇ 'ਚੋਂ ਲੰਘ ਰਹੇ ਹੋ, ਉਹਨੂੰ ਵਿਟਨੈਸ ਕਰਨਾ ਬਹੁਤ ਜ਼ਰੂਰੀ ਹੈ। ਇਸੇ ਗੱਲਬਾਤ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਕਿ ਕਲਾਕਾਰ ਅੱਜ ਦੀ ਡੇਟ ਤੇ ਖੁੱਲ੍ਹ ਕੇ ਆਪਣੇ ਖਿਆਲ ਨਹੀਂ ਪੇਸ਼ ਕਰ ਸਕਦੇ, ਓਪੀਨੀਅਨ ਜਾਂ ਰਾਏ ਨਹੀਂ ਦੇ ਸਕਦੇ। ਜੀ। ਐਂਡ ਰੀਸੈਂਟਲੀ ਇਦਾਂ ਹੋਇਆ ਕਿ ਸ਼ੁਭ ਦੇ ਨਾਲ ਵੀ ਇਦਾਂ ਹੋਇਆ ਕਿ ਬਹੁਤ ਅਫਸੋਸਜਨਕ ਸੀ ਕਿ ਉਹਨਾਂ ਨੇ ਸ਼ਾਇਦ ਆਪਣੇ ਵਿਚਾਰ, ਆਪਣੀ ਰਾਏ ਰੱਖੀ ਤੇ ਉਹਦੀ ਇੱਕ ਕੀਮਤ ਉਹਨਾਂ ਨੂੰ ਚੁਕਾਉਣੀ ਪਈ, ਜੋ ਕਿ ਅੱਜ ਦੀ ਡੇਟ ਤੇ ਬੜਾ ਨਾਰਮਲ ਜਿਹਾ ਹੋ ਗਿਆ। ਸੋ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਖਾਸ ਕਰਕੇ ਸਾਡੇ ਜਿਹੜੇ ਪੰਜਾਬੀ ਬੱਚੇ ਨੇ ਨਾ, ਕਲਾਕਾਰ ਨੇ, ਇਹਨਾਂ ਦੇ ਨਾਲ ਹੀ ਇਸ ਵੇਲੇ ਦੀ ਬੜੀ ਵੱਡੀ ਤਰਾਸਦੀ ਹੈ ਕਿ ਖਾਮਖਾ ਦੇ ਰੌਲੇ ਦੇ ਵਿੱਚ ਬੱਚਿਆਂ ਨੂੰ ਘੜੀਸਿਆ ਜਾ ਰਿਹਾ। ਹੁਣ ਸ਼ੁਭ ਬੜਾ ਪਿਆਰਾ ਬੱਚਾ ਹੈ, ਬਹੁਤ ਸੋਹਣਾ ਗਾਉਂਦਾ ਹੈ, ਔਰ ਰਵਨੀਤ ਭਾਜੀ ਨਾਲ ਵੀ ਪਿਆਰ ਹੈ ਸਾਡਾ, ਔਰ ਉਹ ਮੈਨੂੰ ਹਮੇਸ਼ਾ ਉਹਦੇ ਕੋਲ ਨਿੱਕੇ ਭਰਾਵਾਂ ਵਰਗੀ ਸੈਂਸ ਲੱਗੀ ਹੈ। ਮੈਂ ਕਦੀ ਸ਼ੁਭ ਨੂੰ ਮਿਲਿਆ ਤਾਂ ਨਹੀਂ, ਪਰ ਹਮੇਸ਼ਾ ਉਹਦੇ ਲਈ ਬੜਾ ਪਿਆਰ ਜਿਹਾ ਹੈ ਕਿ ਯਾਰ ਸੋਹਣਾ ਕੰਮ ਕਰ ਰਿਹਾ ਮੁੰਡਾ, ਵਾਹਿਗੁਰੂ ਉਹਦੇ ਤੇ ਮਿਹਰ ਰੱਖੇ। ਆ ਜਿਹੜੀਆਂ ਕੰਟਰੋਵਰਸੀਜ਼ ਨੇ ਨਾ, ਇਹਨਾਂ 'ਚ ਮੈਂ ਇੱਕ ਹੀ ਚੀਜ਼ ਮਤਲਬ ਆਡੀਅנס ਨੂੰ ਵੀ ਤੇ ਆਪਣੇ ਕਲਾਕਾਰ ਭਰਾਵਾਂ ਨੂੰ ਵੀ ਕਹਿਣਾ ਕਿ ਆਪਾਂ ਪੰਜਾਬ ਦੇ ਜੰਮੇ ਆ। ਪੰਜਾਬ ਦੇ ਨਾ ਸੱਭਿਅਤਾ ਦੀ ਇੱਕ ਆਦਤ ਰਹੀ ਹੈ ਕਿ ਜਦੋਂ ਵੀ ਕੀੜੀਆਂ ਨਿਕਲਦੀਆਂ ਨਾ ਤਾਂ ਉਹਨਾਂ ਤੇ ਦਵਾਈ ਨਹੀਂ, ਅਸੀਂ ਆਟਾ ਪਾਉਂਦੇ ਰਹੇ ਹਾਂ। ਤਾਂ ਆਪਣੀ ਜ਼ੁਬਾਨ ਦੇ ਵਿੱਚ ਅਸੀਂ ਬਹੁਤ ਮਿਠਾਸ ਰੱਖ ਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਟੈਕਲ ਕਰੀਏ। ਸਾਡਾ ਹਮੇਸ਼ਾ ਤੋਂ ਹੀ ਇਸ ਗੱਲ ਕਰਕੇ ਪੰਜਾਬੀ ਜਾਣੇ ਗਏ ਆ ਕਿ ਅਸੀਂ
ਕਿਸੇ ਤੇ ਵੀ ਕੋਈ ਔਕੜ ਆਈ ਆ ਨਾ ਤੇ ਉਹਨੂੰ ਅਸੀਂ ਨਜਿੱਠਿਆ ਹੈ, ਔਰ ਅਸੀਂ ਹਮੇਸ਼ਾ ਸ਼ਾਂਤੀ ਨੂੰ ਪਹਿਲ ਦਿੱਤੀ ਹੈ। ਅਸੀਂ ਹਮੇਸ਼ਾ ਅਮਨ ਸ਼ਾਂਤੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹਦੇ ਲਈ ਸਾਨੂੰ ਹਥਿਆਰ ਵੀ ਚੁੱਕਣੇ ਪਏ ਹੋਣ। ਤਾਂ ਆਪਾਂ ਇਸ ਗੱਲ ਦੀ ਕੋਸ਼ਿਸ਼ ਕਰੀਏ ਕਿ ਜਿਹੜੇ ਮਸਲੇ ਡਿਬੇਟ ਨਾਲ ਸੋਲਵ ਹੋ ਸਕਦੇ ਉਹ ਡਿਬੇਟ ਨਾਲ ਕਰੀਏ। ਹਾਂ, ਜਿੱਥੇ ਸਾਨੂੰ ਕਰੜੇ ਹੱਥੀਂ ਹੋਣਾ ਵੀ ਪੈਂਦਾ, ਜਿੱਥੇ ਹਥਿਆਰ ਨੂੰ ਹੱਥ ਪਾਉਣਾ ਵੀ ਪੈਂਦਾ, ਉੱਥੇ ਪਾਵਾਂਗੇ ਵੀ। ਬਟ ਜਿਹੜੇ ਮਸਲੇ ਸਾਡੇ ਡਿਬੇਟ ਨਾਲ ਸੋਲਵ ਹੁੰਦੇ ਨੇ ਤਾਂ ਉਹ ਡੈਫੀਨੇਟਲੀ ਡਿਬੇਟ ਨਾਲ ਹੀ ਕਰੀਏ। ਔਰ ਜਿੱਥੇ ਸਾਡੇ ਭਰਾਵਾਂ ਨੂੰ ਲੋੜ ਪੈਂਦੀ ਹੈ, ਜਿਵੇਂ ਹੁਣ ਸ਼ੁਭ ਨੂੰ ਇਸ ਵੇਲੇ ਲੋੜ ਹੈ, ਤਾਂ ਆਪਾਂ ਸਾਰੇ ਸ਼ੁਭ ਦਾ ਸਾਥ ਦਈਏ, ਨਾਲ ਖਲੋਈਏ, ਕਿਉਂਕਿ ਛੋਟੀ ਜਿਹੀ ਇੰਡਸਟਰੀ ਹੈ। ਆਪਾਂ ਇਹ ਤੋਂ ਬਾਹਰ ਕਿੱਥੇ ਭੱਜ ਲਵਾਂਗੇ? ਜੇ ਅਸੀਂ ਨਹੀਂ ਖਲੋਵਾਂਗੇ ਤਾਂ ਹੋਰ ਕਿਹਨੇ ਖਲੋਣਾ? ਸੋ ਆਪਾਂ ਆਪਸ ਦੇ ਵਿੱਚ ਉਹ ਏਕਾ ਬਣਾ ਕੇ ਚੱਲੀਏ ਔਰ ਇੱਕ ਦੂਸਰੇ ਦਾ ਸਾਥ ਦੇਣਾ ਸ਼ੁਰੂ ਕਰੀਏ। ਮਿੱਟੀ ਦੇ ਪੁੱਤਰੋ ਗੀਤ ਦੇ ਵਿੱਚ ਜਿਵੇਂ ਤੁਸੀਂ ਕਿਹਾ ਸੀ ਕਿ ਅਕਲ ਦੇ ਨਾਲ ਜਿਹੜੀ ਗੱਲਬਾਤ ਦੇ ਨਾਲ ਜਿਹੜਾ, ਆਈ ਥਿੰਕ ਤੁਸੀਂ ਉਸ ਗੀਤ ਦੇ ਵਿੱਚ ਵੀ ਦੇਖੋ, ਜੇ ਤੁਸੀਂ ਤੇ ਮੈਂ ਡਿਬੇਟ ਦੇ ਵਿੱਚ ਬੈਠੇ ਆ ਨਾ, ਤਾਂ ਡਿਬੇਟ ਦੇ ਦੌਰਾਨ ਜੇ ਮੈਂ ਹਥਿਆਰ ਕੱਢਾਂਗਾ ਨਾ ਤਾਂ ਤੁਹਾਡੀ ਨਹੀਂ ਮੇਰੀ ਤੋਹੀਨ ਹੋਊਗੀ। ਕਿ ਜੇ ਮੈਂ ਜ਼ੁਬਾਨ ਤੋਂ ਹਾਰ ਗਿਆ ਫਿਰ ਮੈਂ ਹਥਿਆਰ ਕੱਢਾਂਗਾ, ਤੇ ਜੇ ਜੰਗ ਦੇ ਵਿੱਚ ਮੈਂ ਬੋਲਣਾ ਸ਼ੁਰੂ ਕਰ ਦੇਵਾਂਗਾ, ਹਥਿਆਰ ਨੂੰ ਹੱਥ ਨਹੀਂ ਪਾਵਾਂਗਾ, ਉਹ 'ਚ ਵੀ ਮੇਰੀ ਤੋਹੀਨ ਹੈ। ਜੰਗ ਦੇ ਵਿੱਚ ਹਥਿਆਰ ਵਰਤਿਆ ਜਾਂਦਾ, ਡਿਬੇਟ ਦੇ ਵਿੱਚ ਜ਼ੁਬਾਨ ਵਰਤੀ ਜਾਂਦੀ ਹੈ, ਇੰਟੈਲੈਕਟ ਵਰਤਿਆ ਜਾਂਦਾ। ਸੋ ਇਹਨਾਂ ਦੋਵਾਂ ਦੀ ਆਪਣੀ ਆਪਣੀ ਸਪੇਸ ਹੈ। ਉਹ ਅਪਰੋਪਰੀਏਟ ਸਪੇਸ ਨੂੰ ਸਮਝਦੇ ਹੋਏ ਸਟੈਪ ਜਿਹੜਾ ਉਹ ਲੈਣਾ ਬਹੁਤ ਜ਼ਰੂਰੀ ਹੁੰਦਾ। ਇੱਕ ਚੀਜ਼ ਤੁਸੀਂ ਅੱਜ ਕੱਲ੍ਹ ਇਹ ਵੀ ਰਿਅਲਾਈਜ਼ ਕੀਤੀ, ਜੋ ਕਿ ਦੇਖਣ ਨੂੰ ਮਿਲ ਰਹੀ ਹੈ ਕਿ ਪੰਜਾਬੀ ਕਲਾਕਾਰਾਂ ਨੂੰ ਖਾਲਿਸਤਾਨ ਦੇ ਨੁਮਾਇੰਦੇ ਬਣਾ ਕੇ ਪੇਸ਼ ਕੀਤਾ ਜਾ ਰਿਹਾ ਜੀ। ਇਹਨੂੰ ਕਿੰਨਾ ਕੁ ਸਹੀ ਤੇ ਗਲਤ ਤੁਸੀਂ ਸਮਝਦੇ ਹੋ? ਦੇਖੋ, ਅਸੀਂ ਹਮੇਸ਼ਾ, ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ, ਕਿ ਸਾਡੀ ਆਦਤ ਰਹੀ ਹੈ ਕਿ ਅਸੀਂ ਕੀੜੀਆਂ ਦੇ ਆਟਾ ਪਾਉਂਦੇ ਰਹੇ ਹਾਂ, ਦਵਾਈਆਂ ਨਹੀਂ ਪਾਉਂਦੇ ਰਹੇ। ਸਾਡੀ ਹਮੇਸ਼ਾ ਕੋਸ਼ਿਸ਼ ਇਹ ਰਹੀ ਹੈ ਕਿ ਸਰਬੱਤ ਦਾ ਭਲਾ ਰਵੇ, ਚੜ੍ਹਦੀ ਕਲਾ ਦੇ ਵਿੱਚ ਸਾਰੀਆਂ ਮਾਵਾਂ ਦੇ ਪੁੱਤ ਵਸਣ। ਪਰ ਫਿਰ ਵੀ ਇਹ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜਦੋਂ ਐਕਸਟ੍ਰੀਮਿਸਟ ਕਹਿ ਕੇ ਸਾਡੇ ਬੱਚਿਆਂ ਨਾਲ ਧੱਕਾ ਕੀਤਾ ਜਾਂਦਾ, ਚਾਹੇ ਉਹ ਸ਼ੁਭ ਹੋਵੇ, ਚਾਹੇ ਉਹ ਕ੍ਰਿਕਟ ਦੇ ਵਿੱਚ ਸਾਡਾ ਵੀਰ ਅਰਸ਼ਦੀਪ ਹੋਵੇ, ਉਹ ਚੀਜ਼ਾਂ ਜਿਹੜੀਆਂ ਨਾ ਉਹ ਬੜਾ ਮਨ ਦਿਖਾਉਂਦੀਆਂ ਨੇ ਕਿ ਉਹ ਇੰਡੀਆ ਵਾਸਤੇ ਖੇਡ ਰਿਹਾ ਹੈ, ਉਹ ਇੰਡੀਆ ਵਾਸਤੇ ਲੜ ਰਿਹਾ, ਜੂਝ ਰਿਹਾ, ਆਪਣੇ ਫਿਜ਼ੀਕਲ ਸਟਰੈਂਥ ਨੂੰ ਕਿੱਦਾਂ ਯੂਜ਼ ਕਰ ਰਿਹਾ ਬੱਚਾ, ਔਰ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਇੱਕ ਕੈਚ ਛੁੱਟਣ ਦੇ ਉੱਤੇ ਕਿਸ ਤਰੀਕੇ ਨਾਲ ਬਲੇਮ ਕੀਤਾ ਜਾਂਦਾ ਹੈ ਨਾ। ਤਾਂ ਇਹ ਚੀਜ਼ਾਂ ਦੀ ਸਾਨੂੰ ਆਪਣਾ ਥਾਟ ਜਿਹੜਾ ਖੁੱਲ੍ਹ ਕੇ ਰੱਖਣ ਨਹੀਂ ਦੇ ਰਹੇ, ਖਾਸ ਕਰਕੇ ਪੰਜਾਬ ਦੇ ਆਰਟਿਸਟਾਂ ਨਾਲ। ਤੇ ਇਹ ਇਸ ਵੇਲੇ ਕਿਉਂ ਜੋੜੀ ਜਾ ਰਹੀ, ਉਹਦਾ ਰੀਜ਼ਨ ਪਤਾ ਕੀ ਹੈ? ਕਿਉਂਕਿ ਪੰਜਾਬ ਦੇ ਆਰਟਿਸਟ ਇਸ ਵੇਲੇ ਦੁਨੀਆ ਦੇ ਵਿੱਚ ਬਹੁਤ ਨਾਮ ਕਮਾ ਰਹੇ ਨੇ, ਔਰ ਉਹ ਜਿੰਨੇ ਵੱਡੇ ਹੋਣਗੇ ਨਾ, ਉਹਨਾਂ ਡਰ ਬਣ ਜਾਂਦਾ ਹੈ ਕਿ ਇਹਨਾਂ ਦੀ ਫੋਲੋਇੰਗ ਜਾਂ ਇਹਨਾਂ ਦਾ ਥਾਟ ਉਨੀ ਦੂਰ ਟਰੈਵਲ ਕਰੇਗਾ। ਸੋ ਮੈਂ, ਚਾਹੇ ਇੰਡੀਅਨ ਗਵਰਨਮੈਂਟ ਹੈ, ਚਾਹੇ ਕੋਈ ਵੀ ਗਵਰਨਮੈਂਟ ਹੈ, ਮੈਂ ਇੱਥੇ ਇਹ ਬੜਾ ਕਲੀਅਰ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਜੰਮਿਆਂ ਨੇ ਹਮੇਸ਼ਾ ਸਰਬੱਤ ਦਾ ਭਲਾ ਹੀ ਸੋਚਿਆ ਤੇ ਸੋਚਦੇ ਰਹਿਣਗੇ। ਸਾਡੀ ਸੋਚ ਕਿਸੇ ਦੇ ਕਹਿਣ ਨਾਲ ਬਦਲ ਨਹੀਂ ਜਾਣੀ, ਜਾਂ ਕਿਸੇ ਦੇ ਕਹਿਣ ਨਾਲ ਅਸੀਂ ਅੱਤਵਾਦੀ ਨਹੀਂ ਹੋ ਜਾਂਦੇ। ਸਾਡੀ ਸੋਚ ਜਿਹੜੀ ਉਹ ਜੋ ਹੈ ਸੋ ਹੈ। ਔਰ ਜੇ ਤੁਹਾਨੂੰ ਸਾਡੇ ਤੋਂ ਕੋਈ ਦਿੱਕਤ ਹੈ, ਕੋਈ ਪਰੇਸ਼ਾਨੀ ਹੈ, ਤਾਂ ਉਹ ਤੁਸੀਂ ਆਪਦੇ ਆਪ ਨਾਲ ਸੌਰਟ ਕਰੋ, ਸਾਡੇ ਬੱਚਿਆਂ ਨੂੰ ਬਲੇਮ ਕਰਨਾ ਬੰਦ ਕਰੋ। ਮੈਨੂੰ ਲੱਗਦਾ ਹੈ ਇਹ ਪੂਰੇ ਮੁੱਦੇ ਦਾ ਸਾਰ ਇਸ ਤੋਂ ਵਧੀਆ ਨਹੀਂ ਸੀ ਨਿਕਲ ਸਕਦਾ ਜੋ ਤੁਸੀਂ ਆਪਣੇ ਸ਼ਬਦਾਂ 'ਚ ਬਿਆਨ ਕੀਤਾ। ਜੀ, ਸ਼ੁਕਰੀਆ। ਤੁਸੀਂ ਹੁਣ ਤੱਕ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਕੰਮ ਕੀਤਾ, ਵੱਡੇ ਵੱਡੇ ਪੰਜਾਬ ਦੇ ਜਿਨ੍ਹਾਂ ਨੇ ਨਾਮ ਕਮਾਇਆ ਹੈ, ਦਿਲਜੀਤ ਦੋਸਾਂਝ ਤੋਂ ਲੈ ਕੇ ਅਮਰਿੰਦਰ ਗਿੱਲ ਤੱਕ ਜੀ। ਸੋ ਪਰ ਇੱਕ ਤੁਹਾਡੀ ਜਿਹੜੀ ਕੋਲੈਬੋਰੇਸ਼ਨ ਨੇ ਸਾਨੂੰ ਵੀ ਕਿਤੇ ਨਾ ਕਿਤੇ ਹੈਰਾਨ ਕਰ ਦਿੱਤਾ, ਉਹ ਸੀ ਪ੍ਰੇਮ ਢਿੱਲੋਂ ਦੇ ਨਾਲ ਜਦੋਂ ਤੁਹਾਡਾ ਗੀਤ ਆਇਆ। ਕਿਉਂਕਿ ਜੇ ਆਪਾਂ ਇੱਕ ਮਿਊਜ਼ਿਕ ਦੇ ਸਪੈਕਟਰਮ ਦੀ ਗੱਲ ਕਰੀਏ ਤੇ ਦੋਨੋਂ ਇੱਕ ਆਪੋਜ਼ਿਟ ਪੋਲਸ ਨੇ। ਜੇ ਤੁਹਾਡੇ ਗੀਤ ਸਾਦਗੀ ਦੀ ਗੱਲ ਕਰਦੇ ਤੇ ਉੱਥੇ ਚਮਕ ਦਮਕ ਬਹੁਤ ਜ਼ਿਆਦਾ ਹੈ, ਜੇ ਤੁਹਾਡੇ ਗੀਤ ਬਹੁਤ ਡੂੰਘੇ ਨੇ ਤੇ ਉੱਥੇ ਰਾਈਟਿੰਗ ਥੋੜੀ ਸਰਫੇਸ ਲੈਵਲ ਦੀ ਹੈ। ਸੋ ਉਹ ਸਬਬ ਕਿੱਦਾਂ ਬਣਿਆ? ਪ੍ਰੇਮ ਆਰਟਿਸਟ ਬਣਨ ਤੋਂ ਪਹਿਲਾਂ, ਜਾਂ ਕਹਿ ਲਓ ਪ੍ਰੋਫੈਸ਼ਨਲ ਆਰਟਿਸਟ ਬਣਨ ਤੋਂ ਪਹਿਲਾਂ ਵੀ ਮੈਨੂੰ ਜਾਣਦਾ ਸੀਗਾ। ਸਾਡੇ ਪਿੰਡ ਲਾਗੋ ਲੱਗੀ ਨੇ, ਥੋੜੀ ਦੂਰੀ ਤੇ ਪਿੰਡ ਹੈ ਉਹਨਾਂ ਦਾ ਵੀ। ਤਾਂ ਬੜਾ ਪਿਆਰ ਹਮੇਸ਼ਾ ਕਰਦਾ ਰਿਹਾ, ਦਿੰਦਾ ਹੈ ਪਿਆਰ। ਤਾਂ ਉਹ ਘਰੇ ਆਇਆ ਸੀਗਾ ਮੇਰੇ ਕੋਲ, ਮੇਰਾ ਵੀਰ, ਤੇ ਉਹਨੇ ਕਿਹਾ ਸੀਗਾ ਵੀ ਭਾਜੀ ਆਪਾਂ ਇਕੱਠਿਆਂ ਕੁਝ ਕਰਨਾ, ਮੈਨੂੰ ਗਾਣਾ ਚਾਹੀਦਾ ਤੁਹਾਡਾ। ਤਾਂ ਫਿਰ ਉਹ ਜਦੋਂ ਕੋਈ ਪਿਆਰ ਨਾਲ ਕੋਈ ਚੀਜ਼ ਕਵੇ ਤਾਂ ਫਿਰ ਮੋੜਿਆ ਕਿੱਦਾਂ ਜਾ ਸਕਦਾ। ਸੋ ਇਸ ਕਰਕੇ ਉਹ ਪਿਆਰਾ ਵੀਰ ਹੈ, ਉਹ ਵਧੀਆ ਕੰਮ ਕਰ ਰਿਹਾ। ਚਲੋ ਮਾਲਕ ਭਾਗ ਲਾਈ ਰੱਖਣ ਉਹਨੇ। ਗਾਣਾ ਵੀ ਬਹੁਤ ਕਮਾਲ ਦਾ ਸੀ। ਥੈਂਕ ਯੂ ਜੀ। ਸੋ ਜਿਵੇਂ ਆਪਾਂ ਹੁਣ ਗੱਲ ਕੀਤੀ ਕਿ ਤੁਸੀਂ ਫਿਰ ਮਨਾ ਨਹੀਂ ਕਰ ਪਾਏ, ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਕਿਉਂਕਿ ਤੁਹਾਡਾ ਹੁਨਰ ਅਜਿਹਾ ਹੈ ਕਿ ਉਹਦੇ ਕਦਰਦਾਨ ਬਹੁਤ ਨੇ, ਹਰ ਬੰਦਾ ਤੁਹਾਡੇ ਨਾਲ ਕੰਮ ਕਰਨਾ ਸ਼ਾਇਦ ਚਾਹੇਗਾ, ਪਰ ਕਈ ਵਾਰ ਇਦਾਂ ਹੁੰਦਾ ਹੈ ਕਿ ਬੜੀ ਕੋਸ਼ਿਸ਼ ਤੋਂ ਬਾਅਦ ਵੀ ਮੇਲ ਨਹੀਂ ਬਣ ਪਾਉਂਦਾ। ਸੋ ਉਹ ਨਾ ਕਹਿਣੀ ਤੁਹਾਡੇ ਲਈ ਕਿੰਨੀ ਸੌਖੀ ਤੇ ਕਿੰਨੀ ਔਖੀ ਹੁੰਦੀ ਹੈ? ਮੇਰੇ ਲਈ ਹਮੇਸ਼ਾ ਹੀ ਔਖੀ ਰਹੀ ਹੈ ਜੀ, ਕਿਉਂਕਿ ਮੈਨੂੰ ਜ਼ੁਬਾਨ ਨਾਲ ਠੱਗਿਆ ਜਾ ਸਕਦਾ ਬਹੁਤ ਈਜ਼ੀਲੀ, ਪਿਆਰ ਨਾਲ ਮੈਂ ਬਹੁਤ ਈਜ਼ੀਲੀ ਠੱਗਿਆ ਜਾਂਦਾ ਜੀ। ਤਾਂ ਉੱਥੇ ਹੁਣ ਮੇਰੀ ਮੈਨੇਜਮੈਂਟ ਐਕਟਿਵਲੀ ਕੰਮ ਕਰਦੀ ਹੈ, ਉਹ ਮੇਰੀ ਥਾਂ ਤੇ ਡੀਲਸ ਕਰਨ ਸਾਰੀਆਂ ਉਹ ਜਾਂਦੇ ਨੇ, ਮੈਂ ਜਾਂਦਾ ਹੀ ਨਹੀਂਗਾ। ਕਿਉਂਕਿ ਮੈਂ ਇੱਦਾਂ ਵੀ ਬਹੁਤ ਵਾਰੀ ਹੋਇਆ ਕਿ ਕਿੰਨੀਆਂ NGOs ਜਾਂ ਕਿੰਨੇ ਹੋਰ
ਥਾਵਾਂ ਤੋਂ ਸਾਨੂੰ ਕਾਲਸ ਆਈਆਂ ਕਿ ਸਾਡੇ ਲਈ ਸ਼ੋਜ਼ ਕਰ ਦਿਓ। ਤਾਂ ਸਿਰਫ NGOs ਨਹੀਂ, ਹੋਰ ਵੀ ਕਈ ਸੰਸਥਾਵਾਂ ਨੇ, ਕਈ ਸਕੂਲ ਨੇ ਕਿ ਸਾਡੇ ਲਈ ਸ਼ੋਜ਼ ਕਰ ਦਿਓ। ਤਾਂ ਮੈਂ ਇੱਦਾਂ ਹੀ ਚੱਲ ਜਾਂਦਾ ਹੁੰਦਾ ਸੀਗਾ ਫ੍ਰੀ ਆਫ ਕੋਸਟ, ਕੋਲੋਂ ਪੈਸੇ ਲਾ ਕੇ, ਈਵਨ ਸਾਊਂਡ ਦੇ ਸਰਜੀਆਂ ਦੇ ਮੈਂ ਸ਼ੋਜ਼ ਕਰ ਆਉਂਦਾ ਰਿਹਾ। ਤਾਂ ਉਹ ਜਦੋਂ ਹੁਣ ਮੈਨੇਜਮੈਂਟ ਉਹ ਪੁੱਛਦੀ ਹੈ ਚੀਜ਼ਾਂ ਤਾਂ ਮੈਂ ਥੱਲੇ ਕਰ ਲੈਂਦਾ ਮੂੰਹ, ਹੱਸਣ ਲੱਗ ਜਾਂਦਾ। ਉਹ ਫਿਰ ਕਹਿੰਦੇ ਵੀ ਯਾਰ ਤੁਸੀਂ ਮਤਲਬ ਇੱਦਾਂ ਹੀ ਕਰੀ ਗਏ ਸ਼ੋਜ਼, ਹੈ ਨਾ, ਤੁਸੀਂ ਲੋਕਾਂ ਨੂੰ ਇੱਦਾਂ ਹੀ ਦੇਈ ਗਏ ਆਪਣਾ ਆਪ। ਤਾਂ ਮੈਨੂੰ ਹੁੰਦਾ ਯਾਰ ਵੀ ਮੈਂ ਤਾਂ ਹੈ ਹੀ ਲੋਕਾਂ ਦਾ, ਤਾਂ ਹੁਣ ਤੁਸੀਂ ਦੇਖ ਲਓ ਵੀ ਕਿੱਦਾਂ ਇਸ ਚੀਜ਼ ਨੂੰ ਅੱਗੇ ਲੈ ਕੇ ਚੱਲਣਾ, ਕਿੱਦਾਂ ਕਰਨਾ। ਸੋ ਹੁਣ ਮੈਂ ਸਾਰਾ ਕੁਛ ਜਿਹੜਾ ਪੈਸੇ ਧੇਲੇ ਵਾਲਾ ਮਸਲਾ ਵੈਸੇ ਵੀ ਮੈਨੂੰ ਬਹੁਤਾ ਪਸੰਦ ਨਹੀਂ, ਮੈਂ ਤਾਂ ਨੋਟ ਗਿਣ ਲੱਗਿਆ ਵੀ ਗਲਤੀ ਕਰ ਦਿੰਦਾ। ਤਾਂ ਹੁਣ ਉਹਨਾਂ ਦੇ ਉੱਤੇ ਆ, ਉਹ ਕਰ ਲੈਂਦੇ ਨੇ, ਤਾਂ ਮੈਂ ਬਸ ਕ੍ਰੀਏਟ ਕਰਨ ਦੇ ਉੱਤੇ ਹਾਂ। ਸੌਖਾ ਹੋ ਜਾਂਦਾ ਕੰਮ, ਬਹੁਤ ਸੌਖਾ ਹੋ ਜਾਂਦਾ। ਆਈ ਥਿੰਕ ਕਲਾਕਾਰ ਆਪਣੀ ਕਲਾ ਤੇ ਜ਼ਿਆਦਾ ਧਿਆਨ ਦੇ ਪਾਉਂਦਾ। ਮੈਨੂੰ ਪ੍ਰੈਸ਼ਰ ਬੜਾ ਹੁੰਦਾ ਭਾਜੀ, ਜਦੋਂ ਯੈਸ ਨੋ ਵਾਲਾ ਡਿਸੀਜਨ ਹੁੰਦਾ ਨਾ, ਮੈਂ ਬੜੇ ਪ੍ਰੈਸ਼ਰ 'ਚ ਆ ਜਾਂਦਾ ਕਿ ਜੇ ਮੈਂ ਨਾ ਕਹੀ ਤਾਂ ਇਹ offended ਨਾ ਫੀਲ ਕਰੇ, ਹਾਂ ਕਹੀ ਤੇ ਮੈਂ ਨਾ ਫਸ ਜਾਵਾਂ, ਕੀ ਕਰਾਂ ਹੁਣ ਮੈਂ, ਕਿੱਧਰ ਨੂੰ ਜਾਵਾਂ। ਤਾਂ ਉਹ ਡਿਸੀਜਨ ਤੋਂ ਮੈਂ ਮੁਕਤ ਹੋ ਗਿਆ ਹੁਣ। ਸੋ ਤੁਹਾਡੀ ਕਿਸੇ ਨਾਂ ਨੇ ਅੱਜ ਤੱਕ ਨਾਰਾਜ਼ ਕੀਤਾ ਹੈ ਕਿਸੇ ਨੂੰ? ਹਾਂਜੀ ਬਹੁਤਿਆਂ ਨੂੰ। ਹਾਂਜੀ ਪੁੱਛਾਂਗੇ ਨਹੀਂ ਕਿ ਹਾਂਜੀ ਹਾਂਜੀ, ਥੈਂਕ ਯੂ। ਸੋ ਜਿਹੜਾ ਤੁਹਾਡਾ ਹੁਣ ਨਵਾਂ ਗੀਤ ਆ ਰਿਹਾ ਭੋਲੇ ਪੰਛੀ, ਉਹਦੀ ਗੱਲਬਾਤ ਕਰਨੇ ਆ। ਸੋ ਇਹ ਗੀਤ ਤੁਹਾਡੀ ਡਾਕਟਰ ਜ਼ੂਸ ਦੇ ਨਾਲ ਕੋਲੈਬੋਰੇਸ਼ਨ ਹੈ, ਉਹਨਾਂ ਬਾਰੇ ਦੱਸੋ, ਬਿਕੋਜ਼ ਉਹਨਾਂ ਬਾਰੇ ਬਹੁਤ ਘੱਟ ਜਾਣਦੇ ਹਾਂ ਅਸੀਂ ਸਾਰੇ। ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ, ਮੈਂ ਆਪਣੇ ਪੁਆਇੰਟ ਆਫ ਵਿਊ ਤੋਂ ਦੱਸਦਾ ਤੁਹਾਨੂੰ, ਮੈਨੂੰ ਲੱਗਦਾ ਹੁੰਦਾ ਸੀਗਾ ਕਿ ਬਾਹਰ ਦੇ ਬੌਨ ਨੇ ਤਾਂ ਬੜੇ ਇੰਗਲਿਸ਼ ਸਟਾਈਲ ਜੇ ਹੋਣਗੇ ਜਾਂ ਜਿੱਦਾਂ ਦੀ ਉਹਨਾਂ ਦੀ ਦਿੱਖ ਨੂੰ ਦੇਖ ਕੇ ਲੱਗਦਾ, ਪਰ ਜਮਾਂ ਦੇਸੀ ਬੰਦੇ ਨੇ। ਮੈਂ ਜਦੋਂ ਘਰੇ ਵੀ ਗਿਆ, ਮਾਤਾ ਜੀ ਨੂੰ ਮਿਲਿਆ, ਭਾਬੀ ਜੀ ਨੂੰ ਮਿਲਿਆ, ਮੈਨੂੰ ਕੋਈ ਓਪਰਾਪਨ ਫੀਲ ਹੀ ਨਹੀਂ ਹੋਇਆ। ਐਂਡ ਇੱਦਾਂ ਮਹਿਸੂਸ ਹੋਇਆ ਕਿ ਯਾਰ ਨਹੀਂ, ਇਹ ਤਾਂ ਕੋਈ ਵਿਛੜਿਆ ਹੋਇਆ ਭਰਾ ਆ ਮੇਰਾ, ਅਤੇ ਅਸੀਂ ਚਿਰ ਬਾਅਦ ਇਕੱਠੇ ਹੋਏ ਹਾਂ, ਬਸ ਇੰਨੀ ਕੁ ਗੱਲ ਹੈ। ਅਤੇ ਉਹਨਾਂ ਨਾਲ ਹੋਰ ਵੀ ਕੰਮ ਕਰ ਰਹੇ ਹਾਂ, ਇੱਕ ਐਲਬਮ ਦੀ ਵੀ ਤਿਆਰੀ ਅਸੀਂ ਕਰ ਰਹੇ ਹਾਂ ਇਕੱਠੇ। ਬਹੁਤ ਖੁਸ਼ੀ ਹੋਈ ਉਹਨਾਂ ਨਾਲ ਕੰਮ ਕਰਕੇ, ਉਹਨਾਂ ਨਾਲ ਗੱਲ ਕਰਕੇ ਬਹੁਤ ਮਜ਼ਾ ਆਉਂਦਾ। ਔਰ ਖ਼ਾਸ ਕਰਕੇ ਜਦੋਂ ਉਹਨਾਂ ਦੇ ਨਾਲ ਸਟੂਡੀਓ 'ਚ ਬੈਠ ਕੇ ਕ੍ਰੀਏਟ ਕਰਨਾ ਹੁੰਦਾ ਨਾ, ਕਿਉਂਕਿ ਉਹ ਬੜੇ ਪੰਪਡ ਅਪ ਰਹਿੰਦੇ ਨੇ। ਜਦੋਂ ਕੋਈ ਚੀਜ਼ ਉਹਨਾਂ ਨੂੰ ਸੋਹਣੀ ਲੱਗਦੀ ਹੈ ਨਾ, ਅਤੇ ਉਹ ਕੁਰਸੀ ਤੋਂ ਇੱਕਦਮ ਮੈਂ ਛਾਲ ਮਾਰ ਕੇ ਭੁੜਕਦੇ ਨੇ ਕਿ ਬਾਬਾ ਆ ਬਣ ਕੀ ਗੱਲ ਹੈ ਨਾ। ਤਾਂ ਉਹਨਾਂ ਦਾ ਉਹ ਜਿਹੜਾ ਪੋਜ਼ੀਟਿਵ ਰਵੱਈਆ ਹੈ ਨਾ, ਉਹ ਆਰਟਿਸਟ ਦੇ ਅੰਦਰੋਂ ਹੋਰ ਕਢਾਉਂਦਾ, ਹੋਰ ਕੱਢ, ਹੋਰ ਕੱਢ, ਹੋਰ ਕੱਢ, ਔਰ ਵਧੀਆ ਪਰਫਾਰਮ ਕਰਵਾ ਲੈਂਦੇ ਨੇ। ਤੇ ਉੱਦਾਂ ਤੁਸੀਂ ਕਦੇ ਜਿਵੇਂ ਸਟਾਰ ਸਟਕ ਹੋਏ ਹੋ ਕਿਸੇ ਕਲਾਕਾਰ ਨੂੰ ਦੇਖ ਕੇ ਵੀ, ਕੋਈ ਕਲਾਕਾਰ ਬਹੁਤ ਵੱਡਾ ਉਹਦੇ ਸਾਹਮਣੇ ਆਪਾਂ ਥੋੜਾ ਮਹਿਸੂਸ ਕਰਨੇ ਆ ਵੀ ਡਰ ਲੱਗਦਾ ਹੈ? ਮੈਂ ਨਾ ਇਹ ਚੀਜ਼ ਦੇ ਵਿੱਚ ਨੁਸਰਤ ਸਾਹਿਬ ਦਾ ਨਾਂ ਜ਼ਰੂਰ ਲੈਣਾ ਚਾਹੂੰਗਾ। ਮੈਨੂੰ ਇੱਕ ਵਾਕਿਆ ਇੱਕ ਪਤਾ ਲੱਗਿਆ ਸੀਗਾ ਕਿ ਨੁਸਰਤ ਸਾਹਿਬ ਕਿਤੇ ਕਿਸੇ ਸ਼ੋਅ ਦੇ ਦੌਰਾਨ ਗਾ ਰਹੇ ਸੀਗੇ, ਤਾਂ ਆਡੀਅנס ਦੀਆਂ ਡਿਮਾਂਡਸ ਜਿਹੜੀਆਂ ਸੀ ਉਹ ਹਟ ਹੀ ਨਹੀਂ ਰਹੀਆਂ ਸੀ, ਉਹ ਗਾਣਿਆਂ ਦੀਆਂ ਫਰਮਾਇਸ਼ਾਂ ਤੁਰੀਆਂ ਜਾ ਰਹੀਆਂ ਸੀਗੀਆਂ। ਅਤੇ ਉਹਨਾਂ ਨੂੰ ਗਾਉਂਦਿਆਂ ਖਾਸਾ ਸਮਾਂ, ਸ਼ਾਇਦ 5-6 ਘੰਟੇ ਹੋ ਚੁੱਕੇ ਸੀ, ਸ਼ਾਇਦ ਇਸ ਤੋਂ ਵੱਧ ਵੀ। ਤਾਂ ਉਹ ਗਾਉਂਦਿਆਂ ਨੁਸਰਤ ਸਾਹਿਬ ਦੇ ਮੂੰਹ 'ਚੋਂ ਖੂਨ ਆ ਗਿਆ ਸੀਗਾ। ਤਾਂ ਫਿਰ ਆਡੀਅנס ਸਾਰੀ ਰੋਣ ਲੱਗ ਗਈ ਸੀ ਕਿ ਅਸੀਂ ਇਹ ਕੀ ਕਰਤਾ, ਕਿ ਜਿਹੜੇ ਬੰਦੇ ਨੂੰ ਅਸੀਂ ਸੁਣਨ ਆਏ ਹਾਂ ਉਹਦੇ ਨਾਲ ਅਸੀਂ ਇੰਨਾ ਧੱਕਾ ਕਮਾ ਲਿਆ, ਹੈ ਨਾ। ਅਤੇ ਨੁਸਰਤ ਸਾਹਿਬ ਨੇ ਇਹ ਕਿਹਾ ਸੀ ਵੀ ਤੁਸੀਂ ਆਪਦੇ ਦਿਲ 'ਤੇ ਨਾ ਲਿਓ ਵੀ ਮੈਂ ਤਾਂ ਹੈ ਹੀ ਤੁਹਾਡਾ, ਅਤੇ ਜੇ ਤੁਹਾਡੇ ਲਈ ਗਾਉਂਦਾ ਮੁੱਕ ਵੀ ਜਾਂਦਾ ਤਾਂ ਮੈਨੂੰ ਕੋਈ ਮਲਾਲ ਨਹੀਂ ਸੀਗਾ। ਤਾਂ ਉਹ ਜਦੋਂ ਮੈਂ ਚੀਜ਼ ਸੁਣਦਾ ਹਾਂ ਤਾਂ ਮੈਨੂੰ ਸੱਚੀਓ ਜੀ ਕਰਦਾ ਕਿ ਉਸ ਦੇਵਤੇ ਦੇ ਪੈਰੀਂ ਹੱਥ ਲਾਵਾਂ ਕਿ ਯਾਰ ਆਪਣੇ ਆਪ ਨੂੰ, ਆਪਣੇ ਆਰਟ ਨੂੰ ਲੋਕਾਂ ਤੋਂ ਇਸ ਤਰੀਕੇ ਨਾਲ ਨਿਛਾਵਰ ਕਰ ਦੇਣਾ ਕਿ ਉਹਦੇ 'ਚ ਕਿਤੇ ਵੀ ਆਪਣੇ ਵਾਸਤੇ ਕੁਛ ਹੈ ਹੀ ਨਹੀਂ, ਸਾਰਾ ਕੁਛ ਲੋਕਾਂ ਵਾਸਤੇ ਹੀ ਹੈ। ਤਾਂ ਉਹੋ ਜਿਹੀ ਪਿਓਰਿਟੀ ਜਿਹੜੀ ਉਹ ਲੱਭਣੀ ਬਹੁਤ ਔਖੀ ਹੁੰਦੀ ਹੈ। ਤੁਸੀਂ ਉਸ ਰਾਹ 'ਤੇ ਹੈਗੇ ਹੋ? ਕੋਸ਼ਿਸ਼ 'ਚ ਹਾਂ, ਵੈਰੀ ਓਨੈਸਟਲੀ ਸਪੀਕਿੰਗ, ਕਿਉਂਕਿ ਸਾਡੇ ਅੰਦਰ ਵੀ ਬੜੀਆਂ ਊਣਤਾਈਆਂ ਨੇ, ਬੜੀਆਂ ਚੀਜ਼ਾਂ ਦੇ ਪਿੱਛੇ ਪੈ ਜਾਂਦਾ ਹੈ। ਕਈ ਵਾਰੀ ਕੋਈ ਚੰਗੀ ਗੱਡੀ ਦੇਖੀ ਦੀ ਹੈ, ਜੀ ਕਰਦਾ ਯਾਰ ਸਾਡੇ ਕੋਲ ਵੀ ਹੋਵੇ, ਹੈ ਨਾ। ਘਰ ਦੇ ਵਿੱਚ ਵੀ ਲੋੜਾਂ ਥੋੜ੍ਹਾ ਜਿਹੀਆਂ ਦੇਖ ਕੇ ਜਾਂ ਤੁਹਾਡੀ ਗੱਲਬਾਤ ਤਾਂ ਲੱਗਦਾ ਨਹੀਂ ਕਿ ਤੁਸੀਂ ਨਹੀਂ, ਇਹ ਮੈਂ ਇਹ ਤੋਂ ਮੁਨਕਰ ਨਹੀਂ ਹੁੰਦਾ, ਇਹ ਸਾਰਿਆਂ ਦੇ ਅੰਦਰ ਥੋੜ੍ਹਾ ਬਹੁਤਾ, ਕਿਸੇ ਕੋਲ ਬਹੁਤਾ ਹੁੰਦਾ, ਕਿਸੇ ਕੋਲ ਘੱਟ ਹੁੰਦਾ। ਕੰਟਰੋਲ ਕਰਨਾ ਮੇਰੇ 'ਚ ਹੈਗਾ ਹੈ ਜੀ, ਮੈਂ ਸਮੇਂ-ਸਮੇਂ 'ਤੇ ਕੋਸ਼ਿਸ਼ ਕਰਦਾ ਰਹਿੰਦਾ ਹਾਂ ਉਸ ਚੀਜ਼ ਨੂੰ ਕੰਟਰੋਲ ਕਰਨ ਦੀ, ਪਰ ਕਿਤੇ ਨਾ ਕਿਤੇ ਬੈਕ ਆਫ ਦਾ ਮਾਈਂਡ ਤਾਂ ਚੀਜ਼ਾਂ ਰਹਿੰਦੀਆਂ ਨੇ। ਉਹ ਰੋਜ਼ ਉਹਨਾਂ ਦੇ ਨਾਲ ਇੱਕ ਵਾਰੀ ਟੈਕਲ ਹੋਈਦਾ ਆ, ਜਦ ਤੱਕ ਸੌਟ ਨਹੀਂ ਹੋ ਜਾਂਦੀ। ਸੋ ਮੇਰੀ ਵੀ ਤੇ ਆਈ ਥਿੰਕ ਦਰਸ਼ਕਾਂ ਦੀ ਵੀ ਸਭ ਤੋਂ ਵੱਡੀ ਕੰਪਲੇਂਟ ਤੁਹਾਡੇ ਤੋਂ ਇਹੀ ਹੈ ਕਿ ਤੁਹਾਡੇ ਗਾਣੇ ਬਹੁਤ ਘੱਟ ਆਉਂਦੇ ਆ ਜੀ। ਅਸੀਂ ਤੁਹਾਨੂੰ ਬਹੁਤ ਹੋਰ ਸੁਣਨਾ ਚਾਹੁੰਦੇ ਹਾਂ ਜੀ, ਤੁਹਾਡੇ ਗਾਣਿਆਂ ਦੇ ਨਾਲ ਆਪਣੀ ਪਲੇਲਿਸਟ ਨੂੰ ਭਰਨਾ ਚਾਹੁੰਦੇ ਹਾਂ, ਪਰ ਗਾਣੇ ਉਹਨੇ ਹੈ ਨਹੀਂ ਕਿ ਉਹ ਪਲੇਲਿਸਟ ਨਹੀਂ। ਹੁਣ ਕੋਸ਼ਿਸ਼ ਹੈ ਜੀ ਕਿ ਹੁਣ ਬੈਕ ਟੂ ਬੈਕ ਤੁਹਾਨੂੰ ਮੈਂ ਗਾਣੇ ਦੇ ਸਕਾਂ। ਇਹਦੇ 'ਚ ਮੇਰਾ ਹੀ ਫਾਲਟ ਹੈ, ਹੋਰ ਕਿਸੇ ਦਾ ਨਹੀਂ, ਕਿਉਂਕਿ ਮੈਂ ਕ੍ਰੀਏਟ ਕਰਕੇ ਮੁੜ ਕੇ ਫੇਰ ਬੈਠਾ ਰਹਿਣਾ। ਗਾਣੇ ਨਿਰੰਤਰ ਲਿਖਦਾ ਤਾਂ ਰਹਿਣਾ, ਪਰ ਰਿਲੀਜ਼ ਬਹੁਤ ਘੱਟ ਕਰਦੇ ਹਾਂ। ਅਤੇ ਹੁਣ ਕੋਸ਼ਿਸ਼ ਇਹੀ ਹੈ ਜੀ ਕਿ ਰਿਲੀਜ਼ ਵੀ ਅਸੀਂ ਤਕਰੀਬਨ ਸਾਲ ਦੇ ਵਿੱਚ ਤੁਹਾਨੂੰ 5, 7, 10 ਗਾਣੇ ਜ਼ਰੂਰ ਦਈਏ ਜੀ। ਸੋ ਜੇ ਆਪਾਂ ਕਹੀਏ ਅੱਗੇ ਇਮੀਡੀਏਟ ਪ੍ਰੋਜੈਕਟਸ ਕਿਹੜੇ ਨੇ? ਉਹ ਹੁਣ ਤਾਂ ਭੋਲੇ ਪੰਛੀ ਹੈ ਜੀ, ਉਹ ਰਿਲੀਜ਼ 'ਤੇ ਖੜਾ ਹੈ। ਉਹਦੇ ਬਾਅਦ ਠੱਗੀਆਂ ਇੱਕ ਪ੍ਰੋਜੈਕਟ ਹੈ, ਇੱਕ ਮੇਰਾ ਤੇ ਕੰਵਰ ਗਰੇਵਾਲ ਭਾਜੀ ਦੀ ਕੋਲੈਬੋਰੇਸ਼ਨ ਹੈ ਜੀ, ਉਹ ਵੀ ਬਹੁਤ ਛੇਤੀ ਆਊਗਾ ਜੀ। ਤੇ ਇੱਕ ਐਲਬਮ ਜਿਹੜੀ ਤੁਸੀਂ ਕਹਿ ਰਹੇ ਜੀ, ਇੱਕ ਐਲਬਮ ਹੈ ਜੀ। ਬਹੁਤ ਵਧੀਆ। ਸੋ ਭੋਲੇ ਪੰਛੀ ਦੀ ਆਪਾਂ ਗੱਲ ਕੀਤੀ, ਉਸ ਗੀਤ ਬਾਰੇ ਥੋੜਾ ਜਿਹਾ ਜੇ ਸਾਨੂੰ ਦੱਸ ਸਕੋ ਵੀ ਕਿਸ ਬਾਰੇ ਹੈ ਉਹ ਗੀਤ?
ਭੋਲੇ ਪੰਛੀ ਗੀਤ ਜਿਹੜਾ ਜੀ ਇਹ ਲਾਈਫ ਦੇ ਵਿੱਚ ਜਦੋਂ ਅਸੀਂ ਨਿਰਭਰ ਹੋ ਜਾਂਦੇ ਆ ਹੋਰਾਂ ਲੋਕਾਂ ਦੇ ਉੱਤੇ, ਚਾਹੇ ਉਹ ਸਾਡੇ ਸੰਗੀ ਸਾਥੀ ਹੋਣ, ਚਾਹੇ ਸਾਡੇ ਰਿਲੇਟਿਵਸ ਵੀ ਹੋਣ, ਯਾਰ ਵੀ ਹੋਣ, ਤਾਂ ਉਹਦੇ ਤੇ ਇੱਕ ਚੀਜ਼ ਕਹਿੰਦਾ ਹੈ ਕਿ ਤੂੰ ਆਪਣੇ ਆਪ ਨੂੰ ਆਪ ਸਾਂਭਣਾ ਸਿੱਖ, ਲੋਕਾਂ ਦੇ ਮੋਢਿਆਂ ਤੇ ਕੰਮ ਛੱਡਣਾ ਜਿਹੜਾ ਉਹ ਬੰਦ ਕਰ ਦੇ, ਔਰ ਵੀ ਕਿਹੜੀ ਯਾਰੀ ਦਾ ਕਿਹੜੀ ਮਿੱਤਰਤਾਈ ਦਾ ਰੌਲਾ ਪਾਉਣਾ ਹੈ, ਇੱਥੇ ਹਰ ਕੋਈ ਤੇਰਾ ਮਤਲਬ ਕੱਢ ਕੇ ਤੁਰ ਸਕਦਾ। ਸੋ ਉਮੀਦਾਂ ਰੱਖਣੀਆਂ ਬੰਦ ਕਰਕੇ ਆਪਣੇ ਕੰਮ ਨੂੰ ਆਪ ਨਜਿੱਠਣਾ ਸ਼ੁਰੂ ਕਰ। ਇਸ ਚੀਜ਼ ਦੇ ਉੱਤੇ, ਇਸ ਥਾਟ ਦੇ ਉੱਤੇ ਸੈਂਟਰਲਾਈਜ਼ਡ ਹੈ ਜੀ। ਹਮੇਸ਼ਾ ਦੀ ਤਰ੍ਹਾਂ ਇੱਥੇ ਵੀ ਡੂੰਘੇ ਵਿਚਾਰ ਸਾਨੂੰ ਦੇਖਣ ਨੂੰ ਮਿਲਣਗੇ। ਮੈਂ ਨਾ ਮੇਰੀ ਟੀਮ ਦੀ ਵੀ ਕੋਸ਼ਿਸ਼ ਹੁੰਦੀ, ਕਈ ਵਾਰੀ ਕਹਿੰਦੇ ਆ ਕਿ ਤੁਸੀਂ ਨਾ ਜ਼ਿਆਦਾ ਹੀ ਇਦਾਂ ਦਾ ਲਿਖ ਦਿੰਦੇ ਹੋ ਕਿ ਉਹ ਫਿਰ ਸਮਝਾਉਣਾ ਔਖਾ ਹੋ ਜਾਂਦਾ, ਸਮਝਣਾ ਔਖਾ ਹੋ ਜਾਂਦਾ। ਤੇ ਪਰ ਮੈਂ ਇਸ ਗੀਤ 'ਚ ਕੋਸ਼ਿਸ਼ ਕੀਤੀ ਹੈ ਕਿ ਤਰਦਾ ਜਿਹਾ ਹੀ ਰੱਖਾਂ ਕਿ ਤੁਹਾਨੂੰ ਜਿਹੜਾ ਈਜ਼ੀਲੀ ਸਾਰਿਆਂ ਦੇ ਸਮਝ ਦੇ ਵਿੱਚ ਆ ਸਕੇ। ਬਾਕੀ ਕਿੱਦਾਂ ਦੀ ਰਹੀ ਹੈ ਕੋਸ਼ਿਸ਼, ਇਹ ਤੁਸੀਂ ਗਾਣਾ ਸੁਣ ਕੇ ਜ਼ਰੂਰ ਆਪਣੇ ਰਿਵਿਊਜ਼ ਦਿਓ। ਐਂਡ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਜਦੋਂ ਕਮੈਂਟਸ ਮੈਂ ਪੜ੍ਹਦਾ ਹਾਂ ਕਈ ਵਾਰੀ YouTube ਦੇ ਉੱਤੇ, ਤਾਂ ਹਮੇਸ਼ਾ ਤੁਸੀਂ ਪਿਆਰ ਹੀ ਦਿੰਦੇ ਹੋ, ਬਹੁਤ ਪਿਆਰ ਦਿੰਦੇ ਹੋ। ਤੇ ਪਤਾ ਨਹੀਂ ਇੰਨੀ ਚੰਗੀ ਕਿਸਮਤ ਮੇਰੀ ਕਿੱਦਾਂ ਹੈ ਕਿ ਤੁਸੀਂ ਕੋਝੇ ਜਿਹਦੇ ਨਾਲ ਇੰਨਾ ਪਿਆਰ ਕਰ ਬੈਠੇ ਹੋ, ਤੁਸੀਂ ਸਾਡੇ ਗੀਤਾਂ ਨੂੰ, ਸਾਡੇ ਮਿਊਜ਼ਿਕ ਨੂੰ ਇੰਨਾ ਪਿਆਰ ਦਿੰਦੇ ਹੋ। ਉਹਦੇ ਲਈ ਬਹੁਤ ਬਹੁਤ ਥੈਂਕ ਯੂ ਤੁਹਾਡਾ। ਆਈ ਥਿੰਕ ਤੁਸੀਂ ਉਸ ਸਾਰੇ ਪਿਆਰ ਦੇ ਹੱਕਦਾਰ ਹੋ। ਹੱਕਦਾਰ ਹਾਂ, ਨਹੀਂ ਇਹ ਤਾਂ ਪਰਮਾਤਮਾ ਜਾਣਦਾ ਜੀ, ਪਰ ਮੈਂ ਰਿਣੀ ਜ਼ਰੂਰ ਹਾਂ ਕਿ ਆਡੀਅנס ਜੇ ਪਿਆਰ ਦੇ ਰਹੀ ਹੈ ਤੇ ਬਸ ਕੋਈ ਮੇਰੇ ਤੇ ਰਹਿਮ ਆ ਗਿਆ ਹੋਊਗਾ ਤਾਂ ਦੇ ਰਹੀ ਹੈ। ਸੋ ਉਮੀਦ ਕਰਦੇ ਹਾਂ ਕਿ ਜਿਹੜੀਆਂ ਵੀ ਤੁਹਾਡੇ ਅੱਗੇ ਆਉਣ ਵਾਲੇ ਪ੍ਰੋਜੈਕਟਸ ਨੇ, ਜਿਹੜੀਆਂ ਵੀ ਕਾਮਨਾਵਾਂ ਤੁਸੀਂ ਉਹਨਾਂ ਤੋਂ ਕੀਤੀਆਂ ਨੇ, ਸਾਰੀਆਂ ਪੂਰੀਆਂ ਹੋਣ। ਥੈਂਕ ਯੂ। ਬਹੁਤ ਚੰਗਾ ਲੱਗਾ ਗੱਲਬਾਤ ਕਰਕੇ। ਥੈਂਕ ਯੂ ਭਾਜੀ। ਵਾਸ ਵਨ ਆਫ ਦ ਮੋਸਟ ਇਨਸਾਈਟਫੁਲ ਤੇ ਕਹਿ ਲਾ ਫਰੂਟਫੁਲ ਇੰਟਰਵਿਊ। ਥੈਂਕ ਯੂ ਜੀ, ਥੈਂਕ ਯੂ। ਸੋ ਜਾਂਦੇ ਹੋਏ ਜੇ ਇੱਕ ਕੋਈ ਵੀ ਤੁਸੀਂ ਆਪਣੀ ਪਸੰਦ ਦਾ ਗੀਤ ਸਾਡੇ ਦਰਸ਼ਕਾਂ ਨੂੰ। ਮੈਂ ਭੋਲੇ ਪੰਛੀ ਸੁਣਾ ਦਿੰਦਾ। ਹਾਂਜੀ। ਜੇਬ ਚ ਪਾਉਣ ਤੋਂ ਪਹਿਲਾਂ ਸੱਜਣਾ ਟਣਕ ਵੇਖੀਏ ਸਿੱਕਿਆਂ ਦੀ, ਸੱਚ ਤੇ ਜ਼ਿੰਦਗੀ ਥੋੜੀ ਜਿਉਂਦੇ ਦੁਨੀਆ ਕੋਲੋਂ ਫਿੱਕਿਆਂ ਦੀ, ਮਤਲਬ ਦੇ ਲਈ ਜੁੜਦੇ ਸਾਰੇ ਜਗ ਦੀ ਏ ਉਹ ਸੱਚਾਈ, ਕਿਸ ਯਾਰੀ ਦਾ ਰੌਲਾ ਪਾਉਣਾ ਕਿਹੜੀ ਮਿੱਤਰਤਾਈ, ਇਸ ਦੁਨੀਆ ਦੀ ਭੋਲੇ ਪੰਛੀ ਸਮਝ ਨਹੀਂ ਤੈਨੂੰ, ਓਏ ਇਸ ਦੁਨੀਆ ਦੀ ਭੋਲੇ ਪੰਛੀ ਸਮਝ ਨਹੀਂ ਤੈਨੂੰ ਆਈ, ਕਿਸ ਯਾਰੀ ਦਾ ਰੌਲਾ ਪਾਉਣਾ ਕਿਹੜੀ ਮਿੱਤਰਤਾਈ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਵੀਰ ਸਿੰਘ ਔਰ ਮੈਂ ਬੈਠਾ ਹੋਇਆ ਸਰਦਾਰ ਸਟੇਕ ਇੰਟਰਵਿਊ ਦੇ ਵਿੱਚ। ਬਹੁਤ ਚੰਗਾ ਲੱਗਿਆ ਵੀਰ ਨਾਲ ਗੱਲਬਾਤ ਕਰਕੇ। ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ, ਸਰਦਾਰ ਸਟੇਕ।